ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਨ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੋਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 22 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ। ਸ਼ਰਮਾ ਜੀ, ਆਪਾਂ ਲੰਘੇ ਦਿਨੀ ਵੀ ਚਰਚਾ ਕੀਤੀ ਸੀ ਤਖਤ ਸਾਹਿਬਾਨ ਦੇ ਵਿਚਾਲੇ ਜਿਹੜਾ ਟਕਰਾਅ ਪੈਦਾ ਹੋਇਆ, ਜਿਹੜਾ ਵਿਵਾਦ ਪੈਦਾ ਹੋਇਆ, ਪਰ ਉਹ ਆਪਾਂ ਦੋ ਤਖਤਾਂ ਦੇ ਸੰਦਰਭ ਦੇ ਉੱਤੇ ਗੱਲ ਕੀਤੀ ਸੀ, ਉਹਨਾਂ ਦੇ ਬਾਰੇ ਗੱਲ ਕੀਤੀ ਸੀ। ਪਰ ਹੁਣ ਕਹਿੰਦੇ ਕਿ ਦੋ ਤਖਤਾਂ ਤੋਂ ਬਾਅਦ 4 ਤਖਤਾਂ ਦੇ ਵਿੱਚ ਹੀ ਸਿੱਧਾ ਟਕਰਾਅ ਪੈਦਾ ਹੋ ਗਿਆ ਜੀ। ਪ੍ਰਵੀਨ ਜੀ, ਦੋ ਤਖਤਾਂ ਦਾ ਟਕਰਾਅ ਹੀ ਨਹੀਂ ਸਾਨੂੰ ਸ਼ੋਭਦਾ ਸੀ। ਹੁਣ ਤਾਂ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ 4 ਤਖਤਾਂ ਦੇ ਟਕਰਾਅ ਤੇ ਆ ਗਈ ਸੀ ਜੀ ਜੀ। ਇਹ ਬੜਾ, ਆਪਾਂ ਜਦੋਂ ਕੱਲ ਗੱਲ ਕਰ ਰਹੇ ਸੀ, ਆਪਾਂ ਤਦ ਵੀ ਗੱਲ ਕਰ ਰਹੇ ਸੀ ਕਿ ਬਹੁਤ ਖਤਰਨਾਕ ਮੋੜ ਵੱਲ ਅਸੀਂ ਵੱਧ ਰਹੇ ਹਾਂ। ਇਹ ਸ਼ੁਭ ਸੰਕੇਤ ਨਹੀਂ ਹੈਗੇ, ਤਾਂ ਹੀ ਹੋਰ ਉਲਝ ਜਾਣੀ ਹੈ ਜੀ। ਜੇਕਰ ਇਸ ਨੂੰ ਸੁਲਝਾਉਣ ਲਈ ਕੋਈ ਸ਼ਖਸੀਅਤ, ਕੋਈ ਹਸਤੀ ਸਾਹਮਣੇ ਨਹੀਂ ਆਉਂਦੀ। ਕਿਉਂਕਿ ਦਿਖਣ ਨੂੰ ਹੈ ਕਿ ਹਾਂ ਤਖਤਾਂ ਦਾ ਟਕਰਾਅ ਜਾਂ ਵਿਚਾਰਧਾਰਾ ਦਾ ਟਕਰਾਅ ਜਾਂ ਸਿੱਖ ਸਿਧਾਂਤਾਂ ਦਾ ਟਕਰਾਅ ਨਹੀਂ, ਇਹ ਰਾਜਨੀਤਿਕ ਟਕਰਾਅ ਹੈ। ਸਿੱਖ ਸਿਧਾਂਤਾਂ ਦਾ ਤਾਂ ਘਾਣ ਕੀਤਾ ਜਾ ਰਿਹਾ ਇਸ ਰਾਜਨੀਤੀ ਦੇ ਵਿੱਚ। ਤਖਤਾਂ ਦੀ ਮਰਿਆਦਾ ਨੂੰ ਲੀਰੋ ਲੀਰ ਕੀਤਾ ਜਾ ਰਿਹਾ ਇਸ ਰਾਜਨੀਤੀ 'ਚ। ਸਵਾਲ ਤਾਂ ਇਹ ਹੈ, ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਹੁਕਮਨਾਮੇ ਪੜ੍ਹੇ, ਉਹਨਾਂ ਹੁਕਮਨਾਮਿਆਂ ਦੇ ਉੱਤੇ ਜੇ ਕੋਈ ਸ਼ੰਕੇ ਸ਼ੁਬੇ ਸੀ, ਬੇਸ਼ੱਕ ਉਹਨਾਂ ਨੇ ਜਿਸ ਤਰ੍ਹਾਂ ਪੁਰਾਣੇ ਮਾਮਲੇ ਥੋਕ 'ਚ ਨਿਬੇੜੇ, ਇਹ ਸਾਰਿਆਂ ਨੂੰ ਪਤਾ ਹੈ ਕਿ ਇਹ ਕਿਹਦੇ ਦਿਸ਼ਾ ਨਿਰਦੇਸ਼ਾਂ ਨਾਲ ਨਿਬੜੇ ਨੇ। ਸਕ੍ਰਿਪਟ ਕੌਣ ਘੜਦਾ ਹੈ। ਸੁਖਬੀਰ ਬਾਦਲ ਦਾ ਚਿਹਰਾ ਹੁਣ ਲੁਕਿਆ ਨਹੀਂ ਹੈ ਕਿਸੇ ਤੋਂ ਇਸ ਮਸਲਿਆਂ 'ਚ, ਜਗ ਜ਼ਾਹਰ ਹੈ। ਤੇ ਪਰ ਉਹ ਤੋਂ ਬਾਅਦ ਪਟਨਾ ਸਾਹਿਬ ਦੇ ਤਖਤ ਵੱਲੋਂ ਉੱਥੋਂ ਪੰਜ ਸਿੰਘ ਸਾਹਿਬਾਨਾਂ ਨੇ ਜਿਹੜੀ ਬੈਠਕ ਕੀਤੀ, ਜਿਹਦੇ ਵਿੱਚ ਉਹਨਾਂ ਦੇ ਕਾਰਜਕਾਰੀ ਜਥੇਦਾਰ ਸੀਗੇ ਗਿਆਨੀ ਬਲਦੇਵ ਸਿੰਘ ਤੇ ਫਿਰ ਨਾਲ ਹੈੱਡ ਗ੍ਰੰਥੀ, ਮੁੱਖ ਹੈੱਡ ਗ੍ਰੰਥੀ, ਹੋਰ ਪੰਜ ਸਿੰਘ ਸਾਹਿਬਾਨ ਦਾ ਪੂਰੇ ਕਰਕੇ ਉਹਨਾਂ ਨੇ ਮੀਟਿੰਗ ਕਰਕੇ ਤੁਰੰਤ ਫੈਸਲੇ ਸੁਣਾਏ। ਤੁਰੰਤ ਇਹਨਾਂ ਦੋ ਜਥੇਦਾਰਾਂ ਨੂੰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਔਰ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ, ਦੋਨਾਂ ਨੂੰ ਜਦੋਂ ਤਨਖਾਹੀਆ ਕਰਾਰ ਦਿੱਤਾ, ਸੁਖਬੀਰ ਬਾਦਲ ਨੂੰ ਤਲਬ ਕੀਤਾ, ਤਦ ਹੀ ਇਹ ਚਰਚਾ ਤੁਰ ਪਈ ਕਿ ਇੰਨੀ ਤੇਜ਼ੀ ਨਹੀਂ ਦਿਖਾਉਣੀ ਚਾਹੀਦੀ ਸੀ। ਸਹੀ ਹੈ। ਇੰਨੀ ਕਾਹਲ ਨਹੀਂ ਕਰਨੀ ਚਾਹੀਦੀ ਸੀ। ਜੀ ਜੀ। ਚੰਗਾ ਹੁੰਦਾ ਉਹ, ਜੇ ਹੁਣ ਚਾਹੇ ਪ੍ਰਵਾਨ ਨੇ ਚਾਹੇ ਨਹੀਂ ਨੇ, ਅਗਲੇ ਅਜੇ ਸੇਵਾ ਦਾ ਸੰਭਾਲ ਕੇ ਬੈਠੇ ਨਾ, ਗੱਦੀ ਤਾਂ ਬੈਠੇ ਹੀ ਹੈ ਨਾ ਗਿਆਨੀ ਕੁਲਦੀਪ ਸਿੰਘ ਗੜਗੱਜ। ਤੁਸੀਂ ਉਹਨਾਂ ਨਾਲ ਤਾਲਮੇਲ ਕਰ ਸਕਦੇ ਸੀ, ਤੁਸੀਂ ਉਹਨਾਂ ਨਾਲ ਰਾਬਤਾ ਕਰ ਸਕਦੇ ਸੀ, ਤੁਸੀਂ ਉਹਨਾਂ ਤੱਕ ਪਹੁੰਚ ਅਪਰੋਚ ਕਰ ਸਕਦੇ ਸੀ। ਪਰ ਇਹੀ ਸਿਆਣਪ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਅਪਣਾ ਸਕਦੇ ਸੀ ਕਿ ਜੇ ਤੁਸੀਂ ਮਤਲਬ ਕਿ ਉਹ ਰਣਜੀਤ ਸਿੰਘ ਗੌਹਰ ਵਾਲਾ ਮਸਲਾ ਲੈ ਰਹੇ ਹੋ, ਜਿਹੜੇ ਉੱਥੇ ਪਟਨਾ ਸਾਹਿਬ ਦੇ ਜਥੇਦਾਰ ਰਹੇ ਨੇ ਤੇ ਫਿਰ ਉੱਥੋਂ ਕੱਢੇ ਗਏ ਨੇ, ਉਹਨਾਂ ਦਾ ਜੋ ਐਕਸ਼ਨ ਹੋਇਆ, ਹੁਣ ਉੱਥੋਂ ਦੇ ਫੈਸਲਿਆਂ ਨੂੰ ਤੁਸੀਂ ਤੁਰੰਤ ਬਦਲ ਰਹੇ ਹੋ। ਉੱਥੋਂ ਦੇ ਪੰਜ ਸਿੰਘ ਸਾਹਿਬਾਨਾਂ ਨੂੰ ਤੁਸੀਂ ਭਰੋਸੇ 'ਚ ਵੀ ਨਹੀਂ ਲੈ ਰਹੇ, ਜਥੇਦਾਰ ਨੂੰ ਭਰੋਸੇ 'ਚ ਵੀ ਨਹੀਂ ਲੈ ਰਹੇ। ਸੋ ਇਹ ਸਮਝ ਇੱਥੇ ਵੀ ਹੋਣੀ ਚਾਹੀਦੀ ਸੀ ਕਿ ਜਾਂ ਤਾਂ ਉਹਨਾਂ ਨੂੰ ਉਸ ਦਿਨ ਬੈਠਕ 'ਚ ਸੱਦਿਆ ਹੁੰਦਾ। ਹੁਣ ਇਹ ਤਾਂ ਅਸੀਂ ਫਿਰ ਤੇ ਛੱਡਤੀ ਕਿ ਪੰਜੋ ਤਖਤਾਂ ਦੇ ਨੁਮਾਇੰਦੇ ਬੈਠਣਗੇ, ਅਸੀਂ ਆਪੇ ਬੈਠ ਕੇ ਸਾਰ ਲੈਂਦੇ ਹਾਂ। ਜੀ ਬਿਲਕੁਲ। ਪਿਛਲੀ ਬੈਠਕ ਤਾਂ ਇੱਕੋ ਜਥੇਦਾਰ ਨਾਲ ਹੋ ਗਈ ਸੀ। ਸੋ ਇਸ ਲਈ ਇਹ ਵੀ ਆ। ਤੇ ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਅਗਲਿਆਂ ਨੇ ਵੀ ਪੁੱਛਿਆ ਨੀਗਾ ਤੇ ਅਗਲਿਆਂ ਨੇ ਤੇਜ਼ੀ ਕਰਕੇ ਪਰੇ ਕੀਤੀ। ਹੁਣ ਇਹ ਤੋਂ ਬਾਅਦ ਕਹਿੰਦੇ ਜੀ ਜਥੇਦਾਰ ਨੂੰ ਜਥੇਦਾਰ ਟੱਕਰੂ, ਪੰਜ ਪਿਆਰਿਆਂ ਨੂੰ ਪੰਜ ਪਿਆਰੇ ਟੱਕਰਨਗੇ। ਲਓ ਜੀ, ਅਸੀਂ ਹੁਣ ਪੰਜਾਬ ਦੇ ਵਿੱਚ ਜਿਹੜੇ 3 ਤਖਤ ਨੇ, ਉਹਨਾਂ ਤਿੰਨੋਂ ਤਖਤਾਂ ਦੇ ਪੰਜ ਪਿਆਰੇ ਸਾਹਮਣੇ ਆ ਕੇ ਉਹਨਾਂ ਨੇ ਜੀ ਪਟਨਾ ਸਾਹਿਬ ਤੋਂ ਹੋਏ ਫੈਸਲਿਆਂ ਨੂੰ ਰੱਦ ਕਰਤਾ
ਕਿ ਅਸੀਂ ਇਹਨੂੰ ਮਨਜ਼ੂਰ ਨਹੀਂ ਕਰਦੇ। ਜੀ ਹੁਣ ਮੈਨੂੰ ਇਹ ਦੱਸੋ ਕਿ ਇਹਦੇ ਨਾਲ ਵਿਵਾਦ ਸੁਲਝ ਗਿਆ, ਇਹਦੇ ਨਾਲ ਮਸਲਾ ਹੱਲ ਹੋ ਗਿਆ। ਜਿਹੜੇ ਇਹ ਮੰਨਦੇ ਨੇ ਕਿ ਜਥੇਦਾਰ ਸਾਡੇ ਮੁਲਾਜ਼ਮ ਨੇ, ਜਿਹੜੇ ਜਥੇਦਾਰ ਨੂੰ ਇਹ ਕਹਿਣ ਜਾਂਦੇ ਨੇ ਕਿ ਵੀ ਤੇਰਾ ਦਾਇਰਾ ਤਾਂ ਇਹ ਹੈ, ਨਹੀਂ ਅਸੀਂ ਰੱਖਿਆ, ਅਸੀਂ ਤੋੜ ਦਾਂਗੇ, ਇੰਨੀ ਉਹ ਗੱਲ ਕਰਨੀ ਹੈ। ਤੇ ਗਿਆਨੀ ਰਘਵੀਰ ਸਿੰਘ ਨੇ ਕਿਹਾ ਸੀ, ਕਹਿੰਦੇ ਮੈਨੂੰ ਤਾਂ ਅੱਜ ਪਤਾ ਲੱਗਿਆ, ਮੈਂ ਤਾਂ ਸਮਝਦਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਫੈਸਲਾ ਪੂਰੀ ਲੁਕਾਈ 'ਚ ਜਾਂਦਾ ਜਿੱਥੇ ਸਿੱਖ ਭਾਈਚਾਰਾ ਵਸਦਾ। ਮੈਨੂੰ ਤਾਂ ਅੱਜ ਦੱਸਿਆ ਕਿ ਇਸ ਦਾਇਰੇ 'ਚ ਹੈ ਜੀ ਤੁਹਾਡਾ ਫੈਸਲਾ। ਤੇ ਜਿਹੜੇ ਉਹਨਾਂ ਨੂੰ ਮੁਲਾਜ਼ਮ ਸਮਝਦੇ ਨੇ ਉਹਨਾਂ ਲਈ ਪੰਜ ਪਿਆਰੇ ਕੀ ਹੋਣਗੇ? ਸਹੀ ਹੈ, ਬਿਲਕੁਲ। ਤੇ ਫਿਰ ਪੰਜ ਪਿਆਰਿਆਂ ਨੇ ਕੀ ਆਪਣੀ ਸਿੱਖੀ ਸਿਧਾਂਤਾਂ ਅਨੁਸਾਰ ਇਹ ਬਿਆਨ ਦਿੱਤਾ। ਇਹ ਚਿੱਠੀ ਪੱਤਰ ਜੋ ਉਹਨਾਂ ਨੇ ਫੈਸਲੇ ਲਏ ਨੇ, ਕੀ ਉਹਨਾਂ ਨੇ ਆਪਣੀ ਸੂਝ ਨਾਲ, ਆਪਣੇ ਗਿਆਨ ਨਾਲ, ਆਪਣੇ ਵਿਵੇਕ ਨਾਲ ਇਹ ਫੈਸਲੇ ਲਏ ਨੇ? ਨਹੀਂ ਜਨਾਬ। ਉਹਨਾਂ ਦੇ ਲਈ ਵਾਹਿਗੁਰੂ ਜਾਂ ਤਖਤਾਂ ਤੋਂ ਵੱਡਾ ਹੁਣ ਉਹਨਾਂ ਨੂੰ ਤਨਖਾਹ ਜਿਹਦੇ ਹੁਕਮਾਂ ਤੇ ਮਿਲਦੀ ਆ ਉਹ ਹੋ ਗਿਆ। ਸੋ ਇਸ ਲਈ ਉਹ ਤਾਂ ਸੁਖਬੀਰ ਬਾਦਲ ਦੇ ਇਸ਼ਾਰੇ ਤੇ ਹੋਇਆ ਸਾਰਾ ਕੁਝ, ਸਭ ਨੂੰ ਨੰਗਾ ਚਿੱਟਾ ਪਤਾ। ਤੇ ਸੁਖਬੀਰ ਬਾਦਲ ਅਜੇ ਵੀ ਇਸ ਗੱਲ ਨੂੰ ਸਮਝਣ ਲਈ ਤਿਆਰ ਨਹੀਂ ਕਿ ਮੈਂ ਜਾਂ ਉਹਨਾਂ ਦੇ ਸਲਾਹਕਾਰ ਉਹਨਾਂ ਨੂੰ ਇਹ ਸਮਝਾ ਨਹੀਂ ਪਾ ਰਹੇ ਕਿ ਮੈਂ ਜਿਹੜੀ ਘਟਨਾ ਸਾਹਮਣੇ ਆਉਂਦੀ ਆ ਉਹਨੂੰ ਹੈਂਡਲ ਕਰਨ ਲੱਗ ਜਾਣਾ। ਗਿਆਨੀ ਹਰਪ੍ਰੀਤ ਸਿੰਘ ਤੰਗ ਕਰਦਾ, ਬਦਲ ਦੋ। ਗਿਆਨੀ ਰਘਵੀਰ ਸਿੰਘ, ਗਿਆਨੀ ਸੁਲਤਾਨ ਸਿੰਘ ਹੁਣ ਨਹੀਂ ਸੁਣਦੇ, ਹਟਾ ਦੋ। ਅੱਛਾ, ਧਾਮੀ ਤੋਂ ਬਿਨਾਂ ਸਰਨਾ ਨਹੀਂ, ਚਲੋ ਮਨਾ ਲਿਆਉਂਦੇ ਆ, ਮੈਂ ਚੱਲਦਾ, ਹੈ ਨਾ। ਹਾਂ, ਹੁਣ ਗੜਗੱਜ ਤੋਂ ਆਪਾਂ ਇਹ ਕਰਾ ਲਿਆ, ਅੱਛਾ ਪਟਨਾ ਸਾਹਿਬ ਵਾਲਿਆਂ ਨੇ ਪੰਗਾ ਲੈ ਲਿਆ, ਲਓ ਆਪਾਂ ਪੰਜ ਪਿਆਰਿਆਂ ਤੋਂ ਕਰਾ ਲਓ। ਮਤਲਬ ਤੁਸੀਂ ਹਰ ਘਟਨਾ ਨੂੰ ਉਸ ਫੇਜ਼ ਦੇ ਵਿੱਚ ਰੱਖ ਕੇ ਹੀ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹੋ। ਅਜੇ ਤੱਕ ਸੁਖਬੀਰ ਸਿੰਘ ਬਾਦਲ ਸਮੁੱਚੇ ਪੰਥਕ ਮਸਲੇ ਨੂੰ ਇਹਦਾ ਮਤਲਬ ਸਮਝੇ ਨਹੀਂ ਪਾ ਰਹੇ, ਜਾਂ ਸਮਝਣਾ ਨਹੀਂ ਚਾਹੁੰਦੇ, ਜਾਂ ਸਮਝੇ ਨਹੀਂ ਆ ਰਿਹਾ। ਇਸ ਲਈ ਸਮੁੱਚੇ ਵਰਤਾਰੇ ਨੂੰ ਹੱਲ ਕਰਨ ਦੀ, ਉਸ ਦੇ ਸਾਰੇ ਪੱਖਾਂ ਨੂੰ ਸਮਝ ਕੇ, ਸਥਿਤੀ ਨੂੰ ਸਮਝ ਕੇ ਉਹਦੇ ਲਈ ਕੁਝ ਪਹਿਲ ਕਦਮੀ ਕਰਨ ਦੀ ਕੋਸ਼ਿਸ਼ ਨਹੀਂ ਹੋ ਰਹੀ, ਜਾਂ ਉਸ ਲੈਵਲ ਦੀ ਸਮਝੇ ਨਹੀਂ ਹੈਗੀ। ਤੇ ਇਹ ਬਹੁਤ ਵੱਡਾ ਸਵਾਲ ਖੜਾ ਹੋ ਗਿਆ। ਇਹਦੇ ਨਾਲ ਸੰਕਟ ਹੱਲ ਹੋ ਜਾਊਗਾ ਤਾਂ ਮੈਨੂੰ ਦੱਸ ਦਿਓ। ਇਹ ਸੰਕਟ ਦੁਨੀਆ ਭਰ 'ਚ ਮਜ਼ਾਕ, ਜਿਹੜਾ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਫੈਸਲਿਆਂ ਤੋਂ ਬਾਅਦ ਸਿੱਖੀ ਦੀ ਜੋ ਚਰਚਾ ਤੁਰੀ ਸੀ, ਜਿਸ ਤਰ੍ਹਾਂ ਦਾ ਸੁਨੇਹਾ ਗਿਆ ਸੀ ਕਿ ਦੇਖੋ ਕਿੰਨੇ ਕਮਾਲ ਦੀ ਪ੍ਰਕਿਰਿਆ, ਉਹ ਸਾਰੀ ਪ੍ਰਕਿਰਿਆ ਨੂੰ ਤੁਸੀਂ ਖੁਦੇ ਢਾਟੇਰੀ ਕਰ ਰਹੇ ਹੋ। ਤੇ ਹੁਣ 4 ਤਖਤ ਤਾਂ ਉਹ ਸਾਹਮਣੇ ਨਹੀਂ ਹੋ ਸਕਦਾ ਕਿ ਸ਼ਾਮ ਤੱਕ ਹਜੂਰ ਸਾਹਿਬ ਤੋਂ ਵੀ ਕੋਈ ਫਰਮਾਨ ਨਾ ਆ ਜਾਵੇ ਨਵਾਂ, ਤੇ 5ਵਾਂ ਤਖਤ ਵੀ ਵਿੱਚ ਐਂਟਰ ਕਰ ਜਾਵੇ। ਔਰ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਲੱਗਦਾ ਹੀ ਹੈ ਕਿ ਤਖਤ ਸ੍ਰੀ ਪਟਨਾ ਸਾਹਿਬ ਦਾ ਰਿਐਕਸ਼ਨ ਹੈ ਜਿਹੜਾ, ਉਹ ਗਿਆਨੀ ਰਣਜੀਤ ਸਿੰਘ ਜਿਹੜਾ ਉਹਦੇ ਕਰਕੇ ਆਇਆ, ਹੈ ਨਾ। ਪਰ ਤੁਸੀਂ ਇਹ ਇਕੱਲਾ ਕਹਿ ਕੇ ਨਹੀਂ ਸਾਰ ਸਕਦੇ ਕਿ ਮਸਲਾ ਰਣਜੀਤ ਸਿੰਘ ਗੌਹਰ ਦਾ, ਇਹ ਅਸਲ 'ਚ ਮਸਲਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ। ਤੇ ਉਸ ਮਸਲੇ ਕਰਕੇ ਬਾਬਾ ਹਰਨਾਮ ਸਿੰਘ ਧੂਮਾ ਜਨਤਕ ਤੌਰ ਤੇ ਚੁੱਪ ਹੈ, ਪਰ ਜੇ ਇੱਧਰੋਂ ਸੁਖਬੀਰ ਪਿੱਛੇ ਭੂਮਿਕਾ ਨਿਭਾ ਰਿਹਾ ਤਾਂ ਚਰਚੇ ਇਹ ਨੇ ਕਿ ਉਧਰੋਂ ਪਿੱਛੋਂ ਫਿਰ ਬਾਬਾ ਹਰਨਾਮ ਸਿੰਘ ਧੂਮਾ ਸੇਵਾ ਨਿਭਾ ਰਿਹਾ ਆਪਣੀ ਇਹੀ ਜੀ। ਤੋ ਇਸ ਲਈ ਇਹ ਟਕਰਾਅ ਅਕਾਲੀ ਦਲ ਬਾਦਲ ਤੇ ਸੱਤਾਧਾਰੀ ਕੇਂਦਰ ਦੀ ਬੀਜੇਪੀ ਦੇ ਵਿਚਾਲੇ ਨੇ। ਤੇ 2 ਤਖਤ ਸਿੱਧੇ ਰੂਪ 'ਚ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਨਾਲ ਕੰਮ ਕਰਦੇ ਨੇ। ਉਹ ਤੋਂ ਇਲਾਵਾ ਦਿੱਲੀ ਕਮੇਟੀ, ਉਹ ਤੋਂ ਇਲਾਵਾ ਹਰਿਆਣਾ ਕਮੇਟੀ, ਤੇ ਖੁਦ ਸੁਖਬੀਰ ਬਾਦਲ ਕਹਿੰਦੇ ਸੀ ਕਿ ਸਾਡੇ ਜਥੇਦਾਰ ਜੀ RSS ਦੇ ਇਸ਼ਾਰੇ ਤੇ ਕੰਮ ਕਰਦੇ ਆ ਸਾਰਾ ਕੁਝ। ਬਈ ਜਦੋਂ ਤੁਸੀਂ ਉਹਨਾਂ 'ਚ ਭਾਈਵਾਲ ਸੀ, ਉਸ ਸਮੇਂ ਤੁਸੀਂ ਕਿਹਾ ਕਿ ਸਾਡੀ ਤੁਹਾਡੇ ਨਾਲ ਰਾਜਨੀਤਿਕ ਸਾਂਝ ਹੈ ਜੀ, ਸਾਡੇ ਧਾਰਮਿਕ ਸੰਸਥਾਵਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ। ਸਹੀ ਗੱਲ ਆ। ਉਸ ਦਿਨ ਬੋਲਦੇ ਜੀ। ਜਦੋਂ ਉਹਨਾਂ ਨੇ ਇਹ ਸਾਰੀਆਂ ਸੰਸਥਾਵਾਂ ਤੇ ਕੰਟਰੋਲ ਕੀਤਾ ਤਦ ਤੱਕ ਕੁੰਜੀਆਂ ਤੁਸੀਂ ਫੜਾ ਰਹੇ ਸੀ। ਆ ਮਨਜਿੰਦਰਜੀਤ ਸਿੰਘ ਸਿਰਸਾ, ਹਾਂਜੀ, ਤੁਹਾਡੀ ਪਾਰਟੀ ਦਾ ਉਮੀਦਵਾਰ ਸੀ ਤੇ ਚੋਣ ਨਿਸ਼ਾਨ ਉਹਨਾਂ ਤੇ ਲੜ ਰਿਹਾ ਸੀ। ਉਸ ਦਿਨ ਕਹਿੰਦੇ ਨਾ ਕਿ ਨਹੀਂ ਸਾਡੇ ਚੋਣ ਨਿਸ਼ਾਨ ਤੇ ਲੜੂਗਾ, ਤੇ ਹੁਣ ਅਗਲਾ ਪੱਕਾ ਉਹਨਾਂ ਦਾ ਹੋ ਗਿਆ ਜੀ। ਤੇ ਉਹ ਕਾਹਦਾ ਹੋਇਆ? ਤੁਹਾਡੀ ਸੰਸਥਾ ਉੱਥੇ ਦੀ ਉਹਨਾਂ ਦੀ ਹੋ ਗਈ। ਸਿੱਖੀ ਧਿਰ ਚੋਂ ਕੋਈ ਜਿੱਤਦਾ ਕੋਈ ਹਾਰਦਾ ਵੱਖਰੀ ਗੱਲ ਆ, ਸਿਰਫ ਆਪਣੇ ਕੰਟਰੋਲ 'ਚ ਰਹੇ, ਇਸ ਲਈ ਬੀਜੇਪੀ ਨੂੰ ਪਿਛਲੇ ਡੋਰ ਤੁਸੀਂ ਉਹ ਲੈ ਕੇ ਆਏ ਹੋ। ਹੁਣ ਜਿਹਨੂੰ ਮਰਜ਼ੀ ਦੋਸ਼ ਦੇਈ ਜਾਓ ਕਿ ਉਹ ਜ਼ਿੰਮੇਵਾਰ ਆ। ਸੋ ਇਸ ਲਈ ਸੁਖਬੀਰ ਬਾਦਲ ਜੀ ਸੋਚੋ ਕਿ ਬਾਰ-ਬਾਰ ਇਹ ਤਿਲਕਣਬਾਜ਼ੀ ਨਾਲ ਕਿਉਂ ਫ੍ਰੈਕਚਰ ਹੋ ਰਹੇ ਨੇ ਜੀ। ਮੈਂ ਪੰਥਕ ਫ੍ਰੈਕਚਰ ਦੀ ਗੱਲ ਕਰ ਰਿਹਾ, ਮੈਂ ਹੱਡੀਆਂ ਟੁੱਟਣ ਦੀ ਗੱਲ ਨਹੀਂ ਕਰ ਰਿਹਾ। ਸੋ ਇਹ ਬਾਰ-ਬਾਰ ਜਿਹੜੀ ਤਿਲਕਣਬਾਜ਼ੀ ਹੈ ਤੁਹਾਡੀ ਪਲ ਦੇ ਉੱਤੇ ਸਟੈਂਡ ਬਦਲਣ ਦੀ, ਉਹਦਾ ਨਤੀਜਾ ਅੱਜ ਪੂਰੀ ਕੌਮ ਭੋਗ ਰਹੀ ਹੈ। ਬਿਲਕੁਲ। ਕਈ ਵਾਰੀ ਨਾ ਸ਼ਰਮਾ ਜੀ ਬੰਦਾ ਇਹ ਸੋਚਦਾ ਜਿਹਦਾ ਮਾੜਾ ਮੋਟਾ ਪੋਲੀਟੀਕਲ ਮਾਮਲਾ ਉੱਤੇ ਸਮੀਕਰਨਾਂ ਉੱਤੇ ਕਬਜ਼ਾ ਹੁੰਦਾ,
ਵੀ ਜੇ ਆਹ ਚੀਜ਼ ਇੱਥੇ ਨਹੀਂ ਫਿੱਟ ਹੋ ਰਹੀ ਤਾਂ ਮੈਂ ਇਹਨੂੰ ਲਾ ਦਿੰਦਾ ਦੂਜੇ ਪਾਸੇ ਤੋਂ ਕੱਢ ਕੇ। ਉਹ ਜਦੋਂ ਕੋਈ ਇਹ ਥੋੜਾ ਵੀ ਇੱਟਾਂ ਥੋੜਾ ਜਿਹੜੇ ਮਾਮਲੇ ਨੇ, ਜਿਹੜੇ ਧਾਰਮਿਕ ਤੌਰ ਤੇ ਮਾਮਲੇ ਨੇ, ਕਿ ਜਿੱਥੇ ਤੁਹਾਨੂੰ ਵਿਹਲ ਮਿਲੀ, ਜਿੱਥੇ ਥਾਂ ਖਾਲੀ ਮਿਲੀ ਉੱਥੇ ਲਾ ਦਿਓ, ਜਿੱਥੇ ਤੁਹਾਡਾ ਹੋਰ ਨਹੀਂ ਕੁਝ ਫਿੱਟ ਆ ਰਿਹਾ ਤਾਂ ਉੱਥੇ ਲਾ ਦਿਓ। ਇਹ ਜਿਹੜੇ ਵਰਤਾਰਿਆਂ ਦੇ ਉੱਤੇ ਅੱਜ ਆਪਾਂ ਚਰਚਾ ਕਰ ਰਹੇ ਹਾਂ ਨਾ, ਉਹ ਇੱਕ ਦਰ ਇੱਕ ਫਿੱਟ ਕਰਨ ਦੀ ਪ੍ਰਕਿਰਿਆ ਚੋਂ ਨਿਕਲੇ ਇਹ ਜੀ। ਅਗਲੀ ਗੱਲ ਕਰੀਏ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦੇ ਬਾਰੇ। ਉਹਨਾਂ ਦੀ ਤਸਵੀਰ ਅਜਾਇਬ ਘਰ ਦੇ ਵਿੱਚੋਂ ਨਾ ਲਾਓ, ਅਜਾਇਬ ਘਰ ਦੇ ਵਿੱਚ ਨਾ ਲਾਓ, ਜੇਲ੍ਹ ਦੇ ਵਿੱਚੋਂ ਚਿੱਠੀ ਆਈ ਹੈ ਜੀ। ਪ੍ਰਵੀਨ ਜੀ, ਲੰਘੇ ਦਿਨੀ ਐਸਜੀਪੀਸੀ ਦੀ ਅੰਤਰਿਮ ਕਮੇਟੀ ਦੀ ਬੈਠਕ ਸੀ। ਹੂੰ ਉਸ ਬੈਠਕ 'ਚ ਬੜੀ ਚਰਚਾ ਤੋਂ ਬਾਅਦ ਆਖਰ ਇਹਦੇ ਉੱਤੇ ਸਹਿਮਤੀ ਬਣੀ ਜੀ। ਕਿ ਆਪਾਂ ਨੂੰ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ 'ਚ ਲਾਉਣੀ ਚਾਹੀਦੀ ਆ। ਹੂੰ ਹੁਣ ਉਹਨਾਂ ਨੇ ਸਾਰੇ ਪੱਖ ਬਾਚੇ ਹੋਣੇ, ਉਹਨਾਂ ਨੂੰ ਪਤਾ ਹੈ ਕਿ ਮਨਮੋਹਨ ਸਿੰਘ ਉਸ ਕਾਂਗਰਸ ਤੋਂ ਆਉਂਦਾ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕਰਾਇਆ। ਸਹੀ ਹੈ, ਬਿਲਕੁਲ। ਮਨਮੋਹਨ ਸਿੰਘ ਉਸ ਕਾਂਗਰਸ ਤੋਂ ਆਉਂਦਾ ਹੈ ਜਿਹਦੇ ਦੇਖ ਰੇਖ ਹੇਠ ਇਹ ਦਿੱਲੀ ਸਿੱਖ ਕਤਲੇਆਮ ਤੱਕ ਹੋਏ ਨੇ, ਜਿਸ ਤੋਂ ਬਾਅਦ ਇਹ ਤੈਅ ਕੀਤਾ ਗਿਆ ਕਿ ਹਾਂ ਇਹਨਾਂ ਨਾਲ ਸਾਂਝ ਨਹੀਂ ਪਾਉਣੀ ਅਕਾਲੀ ਦਲ ਨੇ ਹੁਣ ਕਦੇ ਵੀ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਜੇ ਐਸਜੀਪੀਸੀ ਨੇ ਫੈਸਲਾ ਲਿਆ ਤਾਂ ਉਹਨਾਂ ਨੇ ਹਰ ਕੌਣ ਬਾਚਿਆ ਹੋਣਾ। ਉਹ ਤੋਂ ਬਾਅਦ ਹੀ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਸਵਾਲ ਉੱਠਣੇ ਨੇ ਜੀ ਜੀ। ਪਰ ਕੁਝ ਸਿੱਖ ਸੰਪਰਦਾਵਾਂ ਨੇ, ਸਿੱਖ ਸੰਸਥਾਵਾਂ ਨੇ, ਸਿੱਖ ਸ਼ਖਸੀਅਤਾਂ ਨੇ ਇਤਰਾਜ਼ ਪ੍ਰਗਟਾਇਆ, ਮੀਡੀਆ 'ਚ ਵੀ ਤੇ ਚਿੱਠੀ ਪੱਤਰ ਰਾਹੀਂ ਵੀ। ਸੋ ਉਸ ਤੋਂ ਬਾਅਦ ਹੁਣ ਇੱਕ ਚਿੱਠੀ ਆਈ ਜੇਲ੍ਹ 'ਚੋਂ ਬਲਵੰਤ ਸਿੰਘ ਰਾਜੋਆਣਾ ਦੀ ਜੀ। ਬਲਵੰਤ ਸਿੰਘ ਰਾਜੋਆਣਾ ਨੇ ਐਸਜੀਪੀਸੀ ਨੂੰ ਚਿੱਠੀ ਲਿਖ ਕੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਸਿੱਖ ਅਜਾਇਬ ਘਰ ਦੇ ਵਿੱਚ ਜਿਹੜਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਚੁਗਿਰਦੇ 'ਚ ਆਉਂਦਾ ਹੈ, ਉਸ ਗਲਿਆਰੇ 'ਚ ਆਉਂਦਾ ਹੈ ਹਰਿਮੰਦਰ ਸਾਹਿਬ ਦੇ, ਸੋ ਉਸ ਸਮੁੱਚੇ ਸਥਾਨ ਦੇ ਅੰਦਰ ਜਿਹੜਾ ਉਹ ਸਿੱਖ ਅਜਾਇਬ ਘਰ ਹੈ ਉਹਦੇ ਵਿੱਚ ਜਿਹੜੀ ਫੋਟੋ ਲੱਗਣੀ ਹੈ, ਉਹ ਕਹਿੰਦੇ ਨਾ ਲਾਓ, ਇਹ ਨਹੀਂ ਲੱਗਣੀ ਚਾਹੀਦੀ। ਕਿਉਂਕਿ ਉਹੀ ਪੀੜ ਉਹਨਾਂ ਦੀ ਵੀ ਹੈ ਕਿ ਹਾਂ ਜਿਹੜੀ ਪੀੜ ਆਪਾਂ ਸਾਰੇ ਬਿਆਨ ਕਰਦੇ ਹਾਂ ਕਿ ਵੀ ਅਕਾਲ ਤਖਤ ਸਾਹਿਬ ਤੇ ਹਮਲਾ, ਦਿੱਲੀ ਦਾ ਕਤਲੇਆਮ, ਇਹ ਸਾਰਾ। ਪਰ ਜਿਹੜੀਆਂ ਧਿਰਾਂ ਇਸ ਗੱਲ ਤੇ ਇਤਰਾਜ਼ ਪ੍ਰਗਟਾ ਰਹੀਆਂ ਨੇ, ਉਹਨਾਂ ਦੇ ਇਤਰਾਜ਼ ਨੂੰ ਵੀ ਜਦੋਂ ਦੇਖੀਏ ਤਾਂ ਉਹਦੇ ਵਿੱਚ ਛੋਟੇ ਛੋਟੇ ਫੇਜ਼ ਨੇ। ਹਾਂਜੀ। ਇਹ ਚਿੱਠੀ ਲਿਖਤੀ, ਸੁਨੇਹਾ ਲਾਤਾ, ਮੀਡੀਆ 'ਚ ਇਤਰਾਜ਼ ਪ੍ਰਗਟਾਤਾ, ਪਰ ਉਹ ਇਸ ਨੂੰ ਰੋਕਣ ਦੇ ਲਈ ਕੋਈ ਉਹੀ ਜਿਹੀ ਧਰਾਤਲ ਤੇ ਲੜਾਈ ਨਹੀਂ ਲੜ ਰਹੇ। ਇਹਦਾ ਮਤਲਬ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਵੀ ਹੈਗਾ ਕਿ ਯਾਰ ਮਨਮੋਹਨ ਸਿੰਘ ਤਾਂ ਨਹੀਂ ਅਜਿਹਾ ਹੈਗਾ, ਜੇ ਉਹਦੀ ਲੱਗ ਵੀ ਜਾਵੇ ਕੋਈ ਨਾ, ਮਸਲਾ ਤਾਂ ਕਾਂਗਰਸ ਕਰਕੇ ਹੀ ਹੈ। ਜਾਂ ਉਹਨਾਂ ਦੇ ਮਨ 'ਚ ਇਹ ਹੈ ਕਿ ਕੱਲ ਨੂੰ ਜਦੋਂ ਇਹ ਪੱਖ ਵਿਚਾਰਿਆ ਵੀ ਜਾਵੇ, ਕਿਉਂਕਿ ਇਹ ਵਿਵਾਦ ਸਦਾ ਲਈ ਰਹਿਣਾ ਹੁਣ ਜੀ, ਲੱਗ ਜਾਵੇ ਨਾ ਲੱਗ ਜਾਵੇ ਤਾਂ ਵੀ ਇਹ ਸਦਾ ਲਈ ਰਹਿਣਾ। ਤੇ ਇਸ ਲਈ ਕੁਝ ਧਿਰਾਂ ਉਸ ਸਮੇਂ ਹਵਾਲੇ ਨਾਲ ਵੀ ਹੁੰਦੀਆਂ ਕਿ ਜੇ ਕਦੇ ਕੱਲ ਨੂੰ ਗੱਲ ਤੁਰੇ ਤਾਂ ਅਸੀਂ ਕਹਿਣ ਹੋਈਏ ਕਿ ਐਸਾ ਰੋਸਾ ਪ੍ਰਗਟਾਇਆ ਸੀ ਜੀ, ਇਸ ਲਈ ਵੀ ਰੋਸਾ ਜਤਾਇਆ ਜਾਂਦਾ। ਪਰ ਦੂਜੀਆਂ ਧਿਰਾਂ ਇਹ ਕਹਿੰਦੀਆਂ ਕਿ ਮਨਮੋਹਨ ਸਿੰਘ ਦੀ ਦੁਨੀਆ 'ਚ ਪਹਿਚਾਣ ਹੈ, ਤੇ ਦੁਨੀਆ 'ਚ ਪਹਿਚਾਣ ਉਹਦੀ ਇਕੱਲੇ ਕਾਂਗਰਸੀ ਕਰਕੇ ਨਹੀਂ ਹੈ। ਉਹਦੀ ਪਹਿਚਾਣ ਆਪਣੀ ਇੱਕ ਹਸਤੀ ਦੀ ਹੈ, ਆਪਣੀ ਇੱਕ ਸ਼ਖਸੀਅਤ ਦੀ ਹੈ। ਸੋ ਇਸ ਲਈ ਮਤਲਬ ਕਿ ਅਣਗੌਲਿਆਂ ਨਹੀਂ ਕਰਨਾ ਚਾਹੀਦਾ, ਲਾ ਦੇਣੀ ਚਾਹੀਦੀ। ਜਿਹੜੀ ਇਹ ਦੋ ਧਾਰਾ ਦੀ ਚਰਚਾ ਤੁਰ ਪਈ, ਹਾਂਜੀ, ਉਹਦੇ ਵਿੱਚ ਹੁਣ ਬਲਵੰਤ ਸਿੰਘ ਰਾਜੋਆਣਾ ਦੀ ਚਿੱਠੀ ਕਿੰਨਾ ਕੁ ਰੋਲ ਨਿਭਾਊਗੀ, ਇਹ ਦੇਖਣ ਵਾਲੀ ਗੱਲ ਹੈ। ਜਿੰਨੇ ਇਤਰਾਜ਼ ਆਏ ਨੇ ਕਿ ਨਹੀਂ ਲਾਉਣੀ ਚਾਹੀਦੀ, ਜਿੰਨੀਆਂ ਚਿੱਠੀ ਪੱਤਰ ਆਏ ਨੇ, ਜਿੰਨੇ ਬਿਆਨੀ ਆਏ ਨੇ, ਜਾਂ ਹੁਣ ਬਲਵੰਤ ਸਿੰਘ ਰਾਜੋਆਣਾ ਦੀ ਚਿੱਠੀ ਵੀ ਆਈ ਹੈ, ਇਹਨਾਂ ਸਾਰੇ ਮਸਲਿਆਂ ਦੇ ਵੀ, ਜਾਂ ਜਿਨ੍ਹਾਂ ਨੇ ਇਹ ਕਿਹਾ ਕਿ ਚਲੋ ਚਾਹੇ ਮਲਵੀ ਜੀਭ ਨਾਲ ਹੀ ਸਹੀ ਹੈ, ਚਾਹੇ ਮਨਮੋਹਨ ਸਿੰਘ ਤੋਂ ਹੀ ਸਹੀ ਹੈ ਨਾ, ਮਾਫੀ ਤਾਂ ਮੰਗ ਲਈ ਹੈ, ਇਹ ਵੀ ਹੋ ਗਿਆ ਹੈ ਨਾ, ਇਸ ਲਈ ਹੁਣ ਕੋਈ ਹਰਜ ਨਹੀਂ, ਜਾਂ ਉਹ ਸ਼ਖਸੀਅਤ ਵੱਡੀ ਹੈ, ਉਹਦੇ ਨਾਲ ਆਪਣਾ ਵੀ ਸਿੱਖੀ ਦੀ ਪਹਿਚਾਣ ਦਾ ਮਸਲਾ ਵੀ ਜੁੜਿਆ, ਸਿੱਖੀ ਦੇ ਮਾਣ ਦਾ ਮਸਲਾ ਜੁੜਿਆ, ਇਸ ਲਈ ਹੈ। ਉਹ ਜਿਹੜੀ ਦੋਏ ਪਾਸਿਆਂ ਦੀ ਬਹਿਸ ਹੈ, ਉਹਦੇ ਉੱਤੇ ਅਜੇ ਐਸਜੀਪੀਸੀ ਦਾ ਕੋਈ ਕਮੈਂਟ ਨਹੀਂ ਆਇਆ। ਉਹ ਦੋਨਾਂ ਪੱਖਾਂ ਤੇ ਐਸਜੀਪੀਸੀ ਚੁੱਪ ਹੈ। ਜੇ ਤਾਂ ਉਹਨੇ ਲਾਉਣੀ ਹੋਈ ਫਿਰ ਤਾਂ ਉਹ ਸ਼ਾਇਦ ਬੋਲੇ ਹੀ ਨਾ, ਜੇ ਉਹਨੇ ਇਹਦੇ ਉੱਤੇ ਹੁਣ ਮੁੜ ਮੰਥਨ ਕਰਨਾ ਹੋਇਆ ਫਿਰ ਉਹਦਾ ਰਿਐਕਸ਼ਨ ਆਊਗਾ। ਸੋ ਪਰ ਚਿੱਠੀ ਜ਼ਰੂਰ ਆ ਗਈ ਹੈ ਜੀ, ਉਹਦੇ ਉੱਤੇ ਕੀ ਫੈਸਲਾ ਹੁੰਦਾ ਇਹ ਹੁਣ ਐਸਜੀਪੀਸੀ ਜਾਣੇ। ਦੇਖੋ ਸ਼ਰਮਾ ਜੀ, ਗੱਲ ਇਹ ਅਸਲ ਦੇ ਵਿੱਚ ਕਾਂਗਰਸ ਨੇ ਜੋ ਕੀਤਾ ਉਹਦੇ ਬਾਰੇ ਤਾਂ ਰਾਹੁਲ ਗਾਂਧੀ ਨੂੰ ਵੀ ਇਹ ਮੰਨਣਾ ਪਿਆ ਨਾ, ਉਹਨੂੰ ਵੀ ਇਹ ਗੱਲ ਮਨਜ਼ੂਰ ਕਰਨੀ ਪਈ ਵੀ ਕਾਂਗਰਸ ਦੇ ਰਾਜ ਦੇ ਵਿੱਚ ਜਾਂ ਮੇਰੇ ਵੱਡ ਵਡੇਰਿਆਂ ਤੋਂ ਇਹ ਚੀਜ਼ਾਂ ਹੋਈਆਂ ਨੇ। ਜਿਹੜੀ ਤੁਸੀਂ ਗੱਲ ਕਹੀ ਹੈ ਨਾ ਵੀ ਉਹ ਇਕੱਲੇ ਕਾਂਗਰਸੀ ਪ੍ਰਧਾਨ ਮੰਤਰੀ ਜਾਂ ਕਾਂਗਰਸ ਦੇ ਰਾਜ ਸਭਾ ਮੈਂਬਰ ਨਹੀਂ ਸੀ, ਦੁਨੀਆ ਦੇ ਵਿੱਚ ਇੱਕ ਅਰਥ ਸ਼ਾਸਤਰੀ ਦੇ ਤੌਰ ਤੇ ਵੀ ਉਹਨਾਂ ਦੀ ਪਛਾਣ ਹੈ ਦੁਨੀਆ ਦੇ ਵਿੱਚ। ਉਹਨਾਂ ਨੂੰ ਬਹੁਤ ਵੱਡੇ ਮੈਂ ਤਾਂ ਹੀ ਗੱਲ ਕਰ ਰਿਹਾ ਕਿ ਸਿੱਖ ਭਾਈਚਾਰੇ 'ਚ ਇਹ ਦੋ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ। ਆਪਾਂ ਨਹੀਂ ਕਹਿ ਰਹੇ ਇਹ ਉਹਨਾਂ 'ਚ ਚਰਚਾ ਹੈ ਕਿ ਇੱਕ ਪੱਖ ਹੋਰ ਰੱਖ ਰਹੇ ਨੇ, ਇੱਕ ਪੱਖ ਹੋਰ ਰੱਖ ਰਹੇ ਨੇ, ਪਰ ਇਹਦੇ ਸਭ ਦੇ ਦਰਮਿਆਨ ਜਦੋਂ ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਆਊਗੀ, ਜਦੋਂ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਦੀ ਗੱਲ ਆਊਗੀ, ਜਦੋਂ ਦਿੱਲੀ ਸਿੱਖ ਕਤਲੇਆਮ ਦੀ ਗੱਲ ਆਊਗੀ,
ਤਦ ਕਰਨ ਵਾਲੀ ਧਿਰ ਤਾਂ ਕਟਹਿਰੇ 'ਚ ਰਹੂਗੀ। ਕਾਂਗਰਸ ਨੂੰ ਤੁਸੀਂ ਇਸ ਕਟਹਿਰੇ 'ਚੋਂ ਬਾਹਰ ਨਹੀਂ ਬਰੀ ਕਰ ਨਹੀਂ ਕਰ ਸਕਦੇ, ਸਕਦੇ, ਬਰੀ ਨਹੀਂ ਕਰ ਸਕਦੇ, ਬਿਲਕੁਲ ਬਰੀ ਨਹੀਂ ਕਰ ਸਕਦੇ ਕਦੇ ਵੀ। ਪਰ ਤੁਹਾਨੂੰ ਨਾਲ ਇਹ ਵੀ ਵਾਚਣਾ ਪਊਗਾ ਹੋਰ ਸ਼ਕਤੀਆਂ ਕਿਹੜੀਆਂ ਸੀ ਨਾਲ। ਜਿਹੜੇ RSS ਨਾਲ BJP ਨਾਲ ਤੁਹਾਡੀ ਸਾਂਝ ਸੀ, ਉਹ ਤਾਂ ਛਾਤੀ ਠੋਕ ਕੇ ਕਹਿੰਦੀ ਹੈ ਕਿ ਅਸੀਂ ਮਜਬੂਰ ਕੀਤਾ, ਅਸੀਂ ਛੇਤੀ ਕਰਾਇਆ, ਨਹੀਂ ਤਾਂ ਕਰਨ ਨੂੰ ਤਿਆਰ ਨਹੀਂ ਸੀ, ਅਜੇ ਨਹੀਂ ਹੋਣਾ ਸੀ, ਹੈ ਨਾ। ਤੇ ਦੂਸਰਾ, ਦਿੱਲੀ ਸਿੱਖ ਕਤਲੇਆਮ ਦੇ ਵਿੱਚ ਉਸ ਸਮੇਂ ਇਹਨਾਂ ਦੀ ਰੋਲ ਕੀ ਸੀ, ਉਸ ਸਮੇਂ ਇਹਨਾਂ ਦੇ ਨੁਮਾਇੰਦੇ ਉੱਥੇ ਕੀ ਕਰ ਰਹੇ ਸੀ, ਇਹ ਵੀ ਵਾਚਣ ਦਾ ਵਿਸ਼ਾ। ਸੋ ਇਸ ਲਈ ਸਾਰੇ ਪੱਖ ਬਹੁਤ ਕੁਝ ਵਾਚਣਾ ਨੇ। ਪਰ ਜਦੋਂ ਸਾਨੂੰ ਸੱਤਾ ਦੀ ਲੋੜ ਲੱਗਦੀ ਹੈ, ਫਿਰ ਅਸੀਂ ਅੱਖਾਂ ਮੀਚ ਕੇ ਉਹਨਾਂ ਨਾਲ ਗੱਠਜੋੜ ਵੀ ਕਰ ਲੈਂਦੇ ਹਾਂ। ਜਦੋਂ ਸਾਨੂੰ ਲੱਗਦਾ ਨੇੜੇ ਨਹੀਂ ਲਾਉਂਦੇ, ਫਿਰ ਅਸੀਂ ਕਹਿੰਦੇ ਸਾਡੇ ਜਥੇਦਾਰਾਂ ਨੂੰ ਪੱਟ ਲਿਆ ਜੀ ਉਹਨਾਂ ਨੇ, ਸਾਡੇ ਜਥੇਦਾਰ ਰਲਾ ਲਏ ਜੀ। ਕਿ ਜਦੋਂ ਤੁਸੀਂ ਰਲੇ ਸੀ ਜਦ ਕੀ ਸੀ? ਸਹੀ ਹੈ, ਜਦ ਵੀ ਉਹੀ BJP ਹੈ, ਉਹੀ RSS ਸੀ, ਅੱਜ ਵੀ ਉਹੀ BJP ਉਹੀ RSS ਹੈ। ਮੋਦੀ ਦਾ ਏਜੰਡਾ ਜਦ ਵੀ ਉਹੀ ਸੀ, ਪੂਰੇ ਦੇਸ਼ ਨੂੰ ਇੱਕ ਰੰਗ 'ਚ ਰੰਗਣ ਦਾ, ਹੁਣ ਵੀ ਉਹੀ ਹੈ ਜੀ। ਸਹੀ ਹੈ। ਤੇ ਸ਼ਰਮਾ ਜੀ, ਅਗਲੀ ਗੱਲ ਕਰੀਏ SGPC ਦੀ ਸੁਰੱਖਿਆ ਗਨ ਤੈਨਾਤੀ ਮਾਮਲੇ ਦੇ ਵਿੱਚ SGPC ਨੇ ਰਾਸ਼ਟਰਪਤੀ ਤੱਕ ਪਹੁੰਚ ਕਰਕੇ ਚਿੱਠੀ ਲਿਖੀ ਹੈ ਜੀ। ਪ੍ਰਵੀਨ ਜੀ, ਜਦੋਂ ਇਹ ਮਾਮਲਾ ਸਾਹਮਣੇ ਆਇਆ ਮਿਸ਼ਨ ਸੰਦੂਰ ਤੋਂ ਬਾਅਦ ਕਿ ਜੀ ਪਾਕਿਸਤਾਨ ਵੱਲੋਂ ਇੱਧਰ ਨੂੰ ਮਿਜ਼ਾਈਲਾਂ ਦਾਗੀਆਂ ਗਈਆਂ, ਫੌਜ ਦੇ ਅਧਿਕਾਰੀ ਨੇ, ਮੇਜਰ ਨੇ ਇਹ ਗੱਲ ਬਿਆਨ ਕੀਤੀ ਕਿ ਉਹਨਾਂ ਨੇ ਇੱਧਰ ਨੂੰ ਦਰਬਾਰ ਸਾਹਿਬ ਨੂੰ ਟਾਰਗੇਟ ਕਰਕੇ ਮਿਜ਼ਾਈਲਾਂ ਦਾਗੀਆਂ ਸੀ, ਅਸੀਂ ਹਵਾ 'ਚ ਉਹਨੂੰ ਖਾਰਜ ਕੀਤਾ ਸੀ, ਰੋਕਿਆ। ਉਸ ਤੋਂ ਬਾਅਦ ਗੱਲ ਉੱਥੇ ਹੀ ਰੁਕ ਜਾਂਦੀ ਤਾਂ ਵੀ ਹੋਰ ਸੀ। ਗੱਲ ਤਾਂ ਇਹ ਤੋਂ ਵੀ ਅੱਗੇ ਵਧਾਈ ਗਈ ਕਿ ਜੀ ਅਸੀਂ ਸੁਰੱਖਿਆ ਗੰਨਾਂ ਵੀ ਦਰਬਾਰ ਸਾਹਿਬ ਦੇ ਗਲਿਆਰੇ 'ਚ ਤੈਨਾਤ ਕਰਤੀਆਂ ਸੀ, ਜਾਂ ਮਤਲਬ ਕਿ ਬਕਾਇਦਾ ਤੌਰ ਤੇ ਲੈਫਟੀਨੈਂਟ ਜਨਰਲ ਵੱਲੋਂ ਇਹ ਬਿਆਨ ਦਿੱਤੇ ਗਏ। ਸੋ ਇਸ ਤੋਂ ਬਾਅਦ ਫਿਰ ਸਿੱਖ ਪੰਥ ਦੇ ਵਿੱਚ, ਸਿੱਖ ਸੰਸਥਾਵਾਂ ਦੇ ਵਿੱਚ ਇਹ ਚਰਚਾ ਖੂਬ ਚੱਲੀ ਕਿ ਇਹ ਕਾਰਨ ਕੀ ਆ, ਭਾਰਤੀ ਫੌਜ ਵੱਲੋਂ ਅਜਿਹੀ ਪ੍ਰਕਿਰਿਆ ਕਿਉਂ ਅਪਣਾਈ ਗਈ, ਅਜਿਹੇ ਬਿਆਨ ਕਿਉਂ ਦਾਗੇ ਜਾ ਰਹੇ ਨੇ। ਜੋ ਘਟਨਾ ਹੋਈ ਉਹ ਨਹੀਂ, ਜਿਹੜੀ ਘਟਨਾ ਵਾਪਰੀ ਉਹ ਨਹੀਂ, ਹੈ ਨਾ। ਜੇ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਟਾਰਗੇਟ ਕੀਤਾ ਸੀ ਤਾਂ ਪੂਰਾ ਮੁਲਕ ਉਹਨਾਂ ਦੇ ਟਾਰਗੇਟ ਤੇ ਸੀ, ਤੇ ਤੁਸੀਂ ਪੂਰੀ ਮੁਲਕ ਦੀ ਰੱਖਿਆ ਕੀਤੀ। ਪਰ ਅਚੇਚਾ ਦਰਬਾਰ ਸਾਹਿਬ ਦਾ ਜ਼ਿਕਰ ਕਰਕੇ ਕਿਉਂ ਗੱਲ ਕਹੀ ਗਈ? ਦਰਬਾਰ ਸਾਹਿਬ ਨੂੰ ਵੀ ਸੈਂਟਰ 'ਚ ਰੱਖ ਕੇ ਗੱਲ ਕਿਉਂ ਬਿਆਨੀ ਜਾ ਰਹੀ ਹੈ? ਜੀ ਹੈ। ਫਿਰ ਉਹ ਤੋਂ ਬਾਅਦ ਇਹ ਨਿਰਾ ਝੂਠ ਕਿਉਂ ਬੋਲਿਆ ਗਿਆ ਕਿ ਇੱਥੇ ਸੁਰੱਖਿਆ ਗੰਨਾਂ ਲਾਈਆਂ? ਇਸ ਦੇ ਪਿੱਛੇ ਕੀ ਕਾਰਨ ਹੈ, ਕੀ ਵਿਚਾਰ ਹੈ, ਕੀ ਸੋਚ ਹੈ, ਕਿਹਦੇ ਕਹੇ ਤੇ ਕਿਹਾ ਗਿਆ ਹੈ? ਇਹ ਸਾਰਾ ਕੁਝ ਜਾਣਨਾ ਬਹੁਤ ਜ਼ਰੂਰੀ ਹੋ ਗਿਆ। ਬੇਸ਼ੱਕ ਭਾਰਤੀ ਫੌਜ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਕਿ ਨਹੀਂ ਜੀ, ਅਜਿਹਾ ਕੁਝ ਨਹੀਂ ਹੋਇਆ, ਉੱਥੇ ਕੋਈ ਸੁਰੱਖਿਆ ਗਨ ਤੈਨਾਤ ਨਹੀਂ ਕੀਤੀ, ਕੋਈ ਇਸ ਪ੍ਰਕਿਰਿਆ ਨੂੰ ਨਹੀਂ ਅਪਣਾਇਆ ਗਿਆ। ਉਹਨਾਂ ਦੇ ਸਪਸ਼ਟੀਕਰਨ ਆ ਗਿਆ, ਪਰ ਇਹ ਸਪਸ਼ਟੀਕਰਨ ਦਾ ਸਿਰਫ ਇੰਨਾ ਦੱਸਦਾ ਕਿ ਇੱਥੇ ਨਹੀਂ ਲਾਈ, ਪਰ ਉਹ ਇਹ ਨਹੀਂ ਦੱਸਦਾ ਕਿ ਪਹਿਲਾਂ ਇਹ ਬਿਆਨ ਕਿਉਂ ਆਇਆ, ਕਿੱਥੋਂ ਆਇਆ, ਕਿਹਦੇ ਇਸ਼ਾਰੇ ਤੇ ਆਇਆ। ਕੀ ਇਹ ਫੌਜ ਦਾ ਆਪਣਾ ਬਿਆਨ ਸੀ, ਫੌਜ ਦੀ ਆਪਣੀ ਸਮਝ ਚੋਂ, ਕਿਸੇ ਇੱਕ ਅਧਿਕਾਰੀ ਦੀ ਸਮਝ ਚੋਂ, ਕਿਸੇ 2-4 ਅਧਿਕਾਰੀਆਂ ਦੇ ਪਹਿਲੂ ਦੇ ਉੱਤੇ ਫੈਸਲਾ ਸੀ ਕਿ ਆਪਾਂ ਇਹ ਬਿਆਨ ਦੇਣਾ ਇੰਨੀ ਤਰੀਕ ਨੂੰ, ਜਾਂ ਇਹਦੇ ਪਿੱਛੇ ਸਮੁੱਚੀ ਫੌਜ ਦਾ ਕੋਈ ਸਕ੍ਰਿਪਟ ਤਿਆਰ ਕੀਤੀ ਹੋਈ ਹੈ ਕਿ ਆਪਾਂ ਕਿੱਥੇ ਕਿੱਥੇ ਕੀ ਬੋਲਣਾ, ਜਾਂ ਇਹਦੇ ਪਿੱਛੇ ਰਾਜਨੀਤਿਕ ਕੋਈ ਸ਼ਕਤੀਆਂ ਕੰਮ ਕਰ ਗਈਆਂ ਜਿਨ੍ਹਾਂ ਨੇ ਕਹਾਇਆ ਕਿ ਸਰਕਾਰੀ ਸੱਤਾਧਾਰੀ ਧਿਰ ਦਾ ਕੋਈ ਉਹ ਹੈ। ਉਹ ਸਾਰਾ ਕੁਝ ਉਜਾਗਰ ਹੋਣਾ ਚਾਹੀਦਾ, ਸਪਸ਼ਟ ਹੋਣਾ ਚਾਹੀਦਾ। ਸੋ ਕੀ ਪੰਜਾਬ 'ਚ ਭਾਂਬੜ ਬਾਲਣ ਦੀ ਕੋਸ਼ਿਸ਼ ਸੀ, ਪੰਜਾਬ 'ਚ ਤਲਖੀ ਪੈਦਾ ਕਰਨ ਦੀ ਕੋਸ਼ਿਸ਼ ਸੀ, ਹੈ ਪੰਜਾਬ 'ਚ ਨਫ਼ਰਤ ਇੱਕ ਦੂਜਿਆਂ ਪ੍ਰਤੀ ਪੈਦਾ ਕਰਨ ਦੀ ਕੋਸ਼ਿਸ਼ ਸੀ, ਜੰਗ 'ਚ ਧੱਕਣ ਦੀ ਕੋਸ਼ਿਸ਼ ਸੀ, ਹੈ ਨਾ, ਧਾਰਮਿਕ ਬਖਰੇਵਾ ਪੈਦਾ ਕਰਕੇ ਕੋਈ ਦੰਗੇ ਫਸਾਦ ਕਰਾਉਣ ਦੀ ਕੋਸ਼ਿਸ਼ ਸੀ, ਕੀ ਸੀ ਇਰਾਦਾ? ਇਹ ਸਾਰੇ ਪਹਿਲੂ ਅਜੇ ਸਾਹਮਣੇ ਆਉਣੇ ਬਾਕੀ ਨੇ। ਸ਼ਾਇਦ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਲਈ ਹੀ SGPC ਨੇ ਇਹ ਚਿੱਠੀ ਦਾ ਰਾਹ ਅਖਤਿਆਰ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਦੇਖ-ਰੇਖ ਹੇਠ, ਅਗਵਾਈ ਹੇਠ ਇਹ ਉਹ ਸਾਰੇ ਘਟਨਾਕ੍ਰਮ ਨੂੰ ਤੇ ਇਹਨਾਂ ਸਾਰੇ ਸਵਾਲਾਂ ਨੂੰ ਲੈ ਕੇ ਇੱਕ ਚਿੱਠੀ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਲਿਖੀ ਗਈ ਹੈ ਕਿ ਸਾਨੂੰ ਇਹ ਜਵਾਬ ਦਿੱਤੇ ਜਾਣ, ਤੇ ਉਹਦੀ ਕਾਪੀ ਰੱਖਿਆ ਮੰਤਰਾਲੇ ਨੂੰ ਭੇਜੀ ਗਈ ਹੈ, ਭਾਰਤੀ ਫੌਜ ਨੂੰ ਵੀ ਭੇਜੀ ਗਈ ਹੈ। ਸੋ ਪਰ ਮੈਨੂੰ ਨਹੀਂ ਲੱਗਦਾ ਕੋਈ ਜਵਾਬ ਆਊਗਾ। ਜੀ ਬਿਲਕੁਲ। ਤੇ ਅਗਲੇ ਮਸਲੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਆਪਾਂ ਡੈਮ ਸੁਰੱਖਿਆ ਮਾਮਲੇ ਦੀ। ਕਹਿੰਦੇ ਹੁਣ ਜਿਹੜਾ ਡੈਮ ਦੇ ਵਿੱਚ ਕੇਂਦਰੀ ਸੁਰੱਖਿਆ ਬਲ ਮਾਮਲੇ ਦੇ ਵਿੱਚ ਪੰਜਾਬ ਤੇ ਕੇਂਦਰ ਦੋਨੋਂ ਆਮੋ ਸਾਹਮਣੇ ਹੋਏ ਨੇ ਜੀ। ਪ੍ਰਵੀਨ ਜੀ, ਕੇਂਦਰ ਨੇ ਫਰਮਾਨ ਸੁਣਾਤਾ ਕਿ 296 ਪੋਸਟਾਂ ਭਰਤੀ ਕਰੋ, ਹੈ ਨਾ, ਤੇ 8.5 ਕਰੋੜ ਦਾ ਬਜਟ ਹੈ ਸਾਲ ਦਾ, ਹੈ ਨਾ, ਉਹ BBMP ਦਵੇ, ਤੇ BBMP ਨੇ ਘਰੋਂ ਲਿਆਉਣਾ। BBMP ਦਾਣੇ ਵੇਚਦੀ ਹੈ, BBMP ਨੇ ਹੱਟੀ ਖੋਲੀ ਹੈ ਕੋਈ ਕਿ ਉਹਦਾ ਘਰੇ ਬਜਟ ਬਣਦਾ। ਉਹ ਬਜਟ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਲੈਂਦੇ ਹੋ ਸੀ, ਜਿਹਦੇ ਵਿੱਚ ਪੰਜਾਬ 60% ਦਿੰਦਾ। ਤੇ ਮੁੱਖ ਮੰਤਰੀ ਸਾਹਿਬ ਉੱਥੇ ਜਿੱਤ ਦਾ ਸਿਹਰਾ ਬੰਨ ਕੇ ਆਏ ਨੇ ਆਪਣੇ ਕਿ ਲਓ ਜੀ ਪਾਣੀ ਬਚਾ ਲਿਆ। ਅਗਲਿਆਂ ਨੂੰ 21 ਤਰੀਕ ਤੋਂ ਪਾਣੀ ਵੀ ਜਾਣ ਲੱਗ ਪਿਆ।
ਅਗਲਿਆਂ ਨੇ ਕੋਈ ਤੁਹਾਨੂੰ ਪੁਰਾਣੀ ਦੀ ਅਦਾਇਗੀ ਨਹੀਂ ਕੀਤੀ ਤੇ ਨਵੇਂ ਤੇ ਪੁੱਛਿਆ ਨਹੀਂ ਕਿ ਅਸੀਂ ਕਿੰਨੇ ਦੇਣੇ ਆ ਜੀ, ਤੁਹਾਨੂੰ ਕੀ ਕਰਨਾ। ਨਹੀਂ ਪੁੱਛਿਆ ਬਿਲਕੁਲ। ਪਾਣੀ ਵੀ ਚਲਾ ਗਿਆ ਔਰ ਜਿੰਨਾ ਉਹਨਾਂ ਨੇ ਮੰਨਿਆ ਓਨਾ ਜਾ ਰਿਹਾ ਹੁਣ। ਜੇ ਅੱਜੇ ਉਹਨਾਂ ਦੇ ਤਹਿ ਪੈਮਾਨੇ ਤੋਂ ਵੱਧ ਜਾ ਰਿਹਾ ਤਾਂ ਸਾਲ ਪੂਰਾ ਹੋਣ ਤੋਂ ਪਹਿਲਾਂ ਤਾਂ ਫਿਰ ਉਹਨਾਂ ਨੇ ਆਪਣੀ ਮਿਆਦ ਜਿੰਨੀ ਹੈਗੀ ਉਹਨਾਂ ਵਰਤ ਲੈਣਾ, ਜਦੋਂ ਕਿ ਉਹ ਮਿਆਦ ਦੇ ਉੱਤੇ ਵੀ ਰੇੜਕਾ ਖੜਾ ਤੇ ਪਰ ਤੁਸੀਂ ਸਾਲ ਵਾਲਾ ਵਰਤਾਰਾ ਵੀ ਨਹੀਂ ਨਿਬੇੜਿਆ, ਬਾਕੀ ਪਾਣੀ ਦੇ ਮਸਲੇ ਤਾਂ ਕੀ ਨਿਬੜਨੇ, ਜਦ ਤੁਸੀਂ ਨਿਬੇੜ ਕੇ ਆਏ ਹੁੰਦੇ ਕਿ ਅਗਲੇ ਸਾਲ ਤੋਂ ਇਹ ਮੁੱਦਾ ਨਹੀਂ ਹੋਊਗਾ ਜੀ, ਹੁਣ ਇਹ ਤੈਅ ਹੋ ਗਿਆ, ਅਗਲੇ ਸਾਲ ਫੇਰ ਇਹੀ ਕਿਸਮਾਨ ਪੈਣਾ। ਇਹ ਤਾਂ ਹਰ ਸਾਲ ਫਿਰ ਟੈਂਟ ਲਾ ਲਿਆ ਕਰੋ, ਪੱਕਾ ਹੀ ਟੈਂਟ ਵਾਲੇ ਨਾਲ ਗੱਲ ਕਰ ਲਓ, ਆਪਣਾ ਹੀ ਖਰੀਦ ਲਓ, ਸਹੀ ਹੈ, ਸਪੀਕਰ ਸਪੂਕਰ ਆਪਣਾ ਹੀ ਰੱਖ ਲਓ, ਸਾਰਾ ਕੁਝ ਆਪਣਾ ਲਾ ਲਓ ਉੱਥੇ ਮੈਕ ਮੁੱਕ ਜੇ, ਜਾਂ ਤਾਂ ਇਹ ਤਰੀਕਾ ਅਪਣਾ ਲੈਂਦੇ। ਪਰ ਤੁਸੀਂ ਜਿੱਤ ਦੇ ਝੰਡੇ ਗੱਡ ਰਹੇ ਸੀ ਤੇ ਕੇਂਦਰ ਤੋਂ ਫਰਮਾਨ ਆ ਗਿਆ ਕਿ BBMB 296 ਬੰਦੇ ਰੱਖ ਲਵੇ। ਜਦੋਂ BBMB ਕੋਈ ਬੋਰਡ ਨਹੀਂ, ਕੋਈ ਕਾਰਪੋਰੇਸ਼ਨ ਨਹੀਂ, ਕੋਈ ਸਰਕਾਰ ਨਹੀਂ, ਕੋਈ ਫੰਡ ਜਨਰੇਸ਼ਨ ਨਹੀਂ, ਕੋਈ ਕੁਝ ਨਹੀਂ, ਕੁਝ ਵੀ ਨਹੀਂ, ਬਿਲਕੁਲ ਕੈਡਰ ਕਿਵੇਂ ਭਰਤੀ ਕਰ ਰਹੀ ਹੈ? ਫਿਰ ਉਹਦੀ ਮੁਲਾਜ਼ਮ ਭਰਤੀ ਦਾ ਵਰਤਾਰਾ ਕੀ ਆ? ਜਿਹੜੇ 60% ਦਿੰਦੇ ਨੇ ਫਿਰ ਉਹਨਾਂ ਦੇ ਮੁਲਾਜ਼ਮ ਰੱਖੇ ਜਾਣ। ਸਹੀ ਹੈ। ਤੇ 296 ਚ ਪੰਜਾਬ ਦੇ ਕਿੰਨੇ ਹੋਣਗੇ ਹਿਸਾਬ ਲਾ ਲਿਓ। ਤੇ ਡਾਂਗ ਅਗਲਿਆਂ ਨੇ ਪੰਜਾਬ ਦੇ ਸਿਰ ਤੇ ਹੀ ਫੇਰਨੀ ਹੈ, ਜਾ ਕੇ ਦੇਖ ਲਿਓ ਫਿਰ ਉੱਥੇ। ਸਹੀ ਹੈ, ਵੜਨ ਦੇਣਾ ਨਹੀਂ। ਤੁਸੀਂ ਪਾਣੀ ਵੀ ਦੇ ਆਏ ਤੇ ਤੁਸੀਂ ਭਾਖੜਾ ਡੈਮ ਦੀਆਂ ਕੁੰਜੀਆਂ ਵੀ ਫੜਾਏ, ਤੇ ਫਿਰ ਜਿੱਤ ਕਾਹਦੀ ਹੈ ਜੀ? ਸਹੀ ਹੈ। ਔਰ ਪਹਿਲੇ ਦਿਨ ਜਿਹੜੇ ਪਾਣੀਆਂ ਦੇ ਮਸਲੇ ਤੇ ਸਾਰੀਆਂ ਪੰਜਾਬ ਦੀਆਂ ਧਿਰਾਂ ਤੁਹਾਡੇ ਨਾਲ ਸੀ, ਹੈ ਨਾ। ਅੱਜ ਅਗਲੀਆਂ ਪੁੱਛਦੀਆਂ ਨੇ ਕਿ ਕੇਂਦਰ ਦਾ ਕਬਜ਼ਾ ਹੋ ਗਿਆ, ਕੀ ਕਰਨਾ ਮਾਨ ਸਾਹਿਬ? ਹੁਣ ਲਾਉਣਾ ਧਰਨਾ? ਸਵਾਦ ਆ ਜਾਂਦਾ ਕਿ ਉਸੇ ਦਿਨ ਗੱਡੀਆਂ ਤੁਹਾਡੀਆਂ ਵਾਪਸ ਮੁੜਦੀਆਂ, ਸਹੀ, ਡੈਮ ਨੂੰ ਮੁੜਦੀਆਂ, ਚਾਹੇ ਅਮਿਤ ਸ਼ਾਹ ਦੇ ਘਰ ਨੂੰ ਮੁੜਦੀਆਂ, ਜਾਂਦੀਆਂ ਤਾਂ ਸੀ ਕਿਸੇ ਪਾਸੇ, ਗਈਆਂ ਨਹੀਂ। ਹਾਂ, ਪ੍ਰੈਸ ਕਾਨਫਰੰਸ 'ਚ ਬੈਠ ਕੇ ਭਾਸ਼ਣ ਦਊਂਗਾ, ਰਾਜਨੀਤਿਕ ਸਟੇਜਾਂ ਤੋਂ ਬੋਲੂੰਗਾ, ਉਹ ਮਹਾਰਾਜ ਇਹ ਤਾਂ ਤੁਹਾਨੂੰ ਬੋਲਣਾ ਆਉਂਦਾ, ਸਾਰਿਆਂ ਨੂੰ ਪਤਾ। ਸਹੀ ਹੈ, ਬਿਲਕੁਲ ਬਿਲਕੁਲ। ਇਹ ਤਾਂ ਸਭ ਜਾਣਦੇ ਆ ਕਿ ਗੱਲਾਂ ਦਾ ਕੜਾ ਜਿੰਨਾ ਵਧੀਆ ਤੁਸੀਂ ਬਣਾਉਂਦੇ ਹੋ, ਸੋਗੀਆਂ ਬਦਾਮ ਪਾ ਕੇ, ਹੋਰ ਕੋਈ ਨਹੀਂ ਬਣਾਉਂਦਾ, ਠੀਕ ਹੈ ਨਾ। ਪਰ ਇਹਦੇ ਨਾਲ ਪੰਜਾਬ ਦਾ ਮਸਲਾ ਨਹੀਂ ਹੱਲ ਹੋਣਾ। ਹਾਂ, ਕਟਹਿਰੇ ਚੋਂ ਆਪਣੇ ਆਪ ਨੂੰ ਮਨਫੀ ਨਹੀਂ ਕਰ ਸਕਦੀ ਕਾਂਗਰਸ ਤੇ ਅਕਾਲੀ BJP ਵੀ, ਪਰ ਕਾਂਗਰਸ ਤਾਂ ਇਸ ਲਈ ਹੋਰ ਬੁਰੀ ਤਰ੍ਹਾਂ ਫਸ ਗਈ, ਕਹਿੰਦੇ ਕਿ ਇਹ ਫੈਸਲਾ ਤਾਂ ਹੁਣ ਬਾਹਰ ਆ ਰਿਹਾ ਗੱਲ ਕਿ 2021 ਚ ਹੋ ਗਿਆ ਸੀ। ਮਾਰਚ 2021 ਦੇ ਵਿੱਚ ਕਹਿੰਦੇ ਕਿ ਕੇਂਦਰ ਨੇ ਸੁਰੱਖਿਆ ਦਲ ਤਾਇਨਾਤ ਕਰਨ ਦਾ ਫੈਸਲਾ ਕਰ ਲਿਆ ਸੀ, ਉਸ ਸਮੇਂ ਦਾ ਮਾਮਲਾ ਦਬਿਆ ਹੋਇਆ, ਹੁਣ ਤਾਂ ਮੌਕਾ ਮਿਲ ਗਿਆ। ਚਲੋ ਉਹ ਤਾਂ ਨਲਾਇਕ ਸੀ, ਪੰਜਾਬ ਵਾਲਿਆਂ ਨੇ ਤੋਰ ਤੇ ਭਾਈ, ਇਨਕਲਾਬੀ ਤਾਂ ਕੁਝ ਕਰ ਲੈਣ, ਤੁਸੀਂ ਤਾਂ ਸਮਝਦਾਰ ਸੀ, ਤੁਹਾਨੂੰ ਲਿਆਂਦਾ। ਤੇ ਜੇ 2021 ਦਾ ਫੈਸਲਾ ਹੋਇਆ ਸੀ, ਜਿੱਦਣ ਧਰਨਾ ਲਾਉਣ ਗਏ ਸੀ ਉੱਥੇ ਤਾਂ ਤੁਸੀਂ ਕਦੇ ਨਹੀਂ ਕਿਹਾ ਇਹ ਗੱਲ। ਜੀ ਸਹੀ ਹੈ। ਇਹਦਾ ਮਤਲਬ ਪਤਾ ਤੁਹਾਨੂੰ ਵੀ ਨਹੀਂ ਸੀ, ਜੇ ਪੰਜਾਬ ਨੂੰ ਨਹੀਂ ਪਤਾ। ਤੇ ਜੇ ਹੁਣ ਪਤਾ ਲੱਗਿਆ ਫਿਰ ਹੁਣ ਬੁਲਾ ਲਓ ਪੰਜਾਬ ਵਿਧਾਨ ਸਭਾ ਦਾ ਸੈਸ਼ਨ, ਹਲੇ ਕਿਹੜਾ ਕੁਝ ਮੁੱਕ ਗਿਆ। 94 MLA ਤੁਹਾਡੇ ਕੋਲ ਨੇ ਤੇ ਪੰਜਾਬ ਦੇ 117 MLA ਨੇ। ਜੇ 117 ਦੇ ਵਿੱਚੋਂ ਇੱਕ ਵੀ MLA ਉਲਟ ਜਾਊਗਾ, ਪੰਜਾਬ ਆਪੇ ਦੇਖ ਲੂਗਾ ਉਹਦਾ ਹਿਸਾਬ ਕਿਤਾਬ। ਤੁਸੀਂ ਬੁਲਾਓ ਤਾਂ ਸੀ ਸੈਸ਼ਨ, ਤੁਸੀਂ ਕਰੋ 78, 79, 80 ਧਾਰਾਵਾਂ ਰੱਦ, ਤੁਸੀਂ ਭੇਜੋ ਬਿੱਲ। ਆ ਜੀ ਰਾਜਸਥਾਨ ਨੇ ਪਾਣੀ ਮੰਗਿਆ ਕਿ ਫੌਜ ਦੇ ਹਵਾਲੇ ਨਾਲ ਕਿ ਜੀ ਸਾਨੂੰ ਇਹਨਾਂ ਦਿਨਾਂ 'ਚ ਵੱਧ ਲੋੜ ਆ, ਮੈਂ ਭੇਜਤਾ। ਉਹਦੇ ਨਾਲ ਇਹ ਆਪਣੀ ਰਾਇਲਟੀ ਵਾਲਾ ਵੀ ਬਿੱਲ ਭੇਜ ਦਿੰਦੇ ਕਿ ਭਾਈ ਇੰਨਾ ਪਾਣੀ ਦਾ ਸਾਡਾ ਬਣਦਾ, ਪੈਸੇ ਦੇ ਦਿਓ। ਚਲੋ ਕੇਜਰੀਵਾਲ ਦੇ ਹੁੰਦੇ ਤਾਂ ਭੇਜ ਨਹੀਂ ਹੁੰਦਾ ਸੀ ਦਿੱਲੀ ਨੂੰ, ਹੁਣ ਭੇਜ ਕੇ ਦੇਖ ਲਓ ਦਿੱਲੀ ਨੂੰ ਬਿੱਲ, ਹੁਣ ਭੇਜ ਕੇ ਦੇਖ ਲਓ। ਸਹੀ ਹੈ, ਹੁਣ ਕੀ ਵਿਗੜਿਆ? ਰਾਜਸਥਾਨ ਵਾਲੇ ਦੇ ਨਾਲ ਨਾਲ ਦਿੱਲੀ ਦੇ ਨਾਲ ਨਾਲ ਹਰਿਆਣੇ ਵਾਲੇ ਨਾਲ ਕਰ ਲਓ ਹਿਸਾਬ ਕਿਤਾਬ ਬੈਠ ਕੇ ਕਿ ਭਾਈ ਪੈਸਾ ਤਾਂ ਲੱਗੂਗਾ, ਦੇਣਾ ਤਾਂ ਪਊਗਾ ਤੁਹਾਨੂੰ। ਕਿਉਂ ਨਹੀਂ ਹੁੰਦਾ? ਕਿਸੇ ਚੀਜ਼ ਤੇ ਤਾਂ ਆ ਜਾਓ, ਸੈਸ਼ਨ ਤੇ ਆ ਜਾਓ, ਸਰਬਦਲ ਬੈਠਕ ਤੇ ਆ ਜਾਓ, ਸਮੁੱਚੇ ਆ ਹੁਣ ਰਾਜੇਵਾਲ ਹੋਰਾਂ ਨੇ ਲਾਉਣਾ ਪਾਣੀ ਧਰਨਾ, ਉਹ 'ਚ ਆ ਕੇ ਬਹਿ ਜਿਓ, ਆ ਜਾਓ। ਪਰ ਨਹੀਂ, ਉਹ ਧਰਨਾ ਚੱਕਣ ਆਉਣਗੇ, ਉੱਥੇ ਡਾਂਗ ਫੇਰਨ ਆਉਣਗੇ। ਤੇ ਨੰਗਲ ਆਪਣਾ ਲਾਇਆ ਸੀ, ਜਦੋਂ ਨੰਗਲ 'ਚ ਇਹ ਫੈਸਲਾ ਆ ਗਿਆ ਕੇਂਦਰ ਦਾ, ਫਿਰ ਤੁਸੀਂ ਉੱਥੇ ਦੁਬਾਰਾ ਧਰਨਾ ਲਾਉਣ ਕਿਉਂ ਨਹੀਂ ਗਏ? ਇਹ ਸਵਾਲ ਨੇ ਜਵਾਨਾ। ਮੀਡੀਆ 'ਚ ਬੋਲ ਕੇ ਬਿਆਨਬਾਜ਼ੀ ਕਰਕੇ ਨਹੀਂ ਇਹ ਮਸਲੇ ਹੱਲ ਹੋਣੇ, ਧਰਤ ਤੇ ਲੜਨੇ ਪੈਣੇ। BBMB ਦੀ ਕੱਲ ਸੁਣਵਾਈ ਸੀ ਅਦਾਲਤ 'ਚ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਉੱਥੇ ਬੰਬ ਦਾ ਰੌਲਾ ਰੂਲਾ ਪੈ ਗਿਆ, ਇਸ ਲਈ ਸੁਣਵਾਈ ਤਾਂ ਹੋ ਗਈ 2 ਵਜੇ ਤੋਂ ਬਾਅਦ ਪੂਰੀ, ਪਰ ਫੈਸਲਾ ਨਹੀਂ ਹੋਇਆ। ਫੈਸਲਾ ਅੱਜ ਆਊਗਾ। ਤੁਹਾਨੂੰ ਯਾਦ ਹੈ ਜਦੋਂ ਨੰਗਲ ਇਹ ਪਹਿਲੇ ਦਿਨ ਗਏ ਤਾਂ ਨੰਗਲ ਜਾ ਕੇ ਕੀ ਕਹਿੰਦੇ ਸੀ? ਮੈਂ ਨਾਲ ਆਪਣਾ ਐਡਵੋਕੇਟ ਜਨਰਲ ਲੈ ਕੇ ਆਇਆ, ਹਾਂਜੀ ਹੈ ਨਾ, ਪੂਰੀ ਤਿਆਰੀ ਆ। ਤੇ ਉਹ ਐਡਵੋਕੇਟ ਜਨਰਲ ਕੱਲ ਪੇਸ਼ ਕਿਉਂ ਨਹੀਂ ਹੋਇਆ? ਪੇਸ਼ ਹੋਇਆ ਪੁਰਾਣਾ ਜਿਹੜਾ ਹਟ ਗਿਆ। ਨੰਗਲ ਕਿਸੇ ਹੋਰ ਨੂੰ ਲੈ ਕੇ ਜਾ ਰਹੇ ਹੋ, ਹੈ ਨਾ, ਇੱਥੇ ਜਿਹਨੂੰ ਹਟਾਇਆ ਉਹਨੂੰ ਪੇਸ਼ ਕਰ ਰਹੇ ਹੋ। ਕੱਲ ਉਹ ਪੈਰ ਵੀ ਉਹ ਕਰ ਰਿਹਾ ਸੀ। ਮਤਲਬ ਇਹ ਸਮਝ ਨਹੀਂ ਆਉਂਦੀ ਸਰਕਾਰ ਦੀ ਕਿ ਜਾਂ ਤਾਂ ਫਿਰ ਇਹ ਹੈ ਕਿ ਦੂਏ ਦਾ ਪਹਾੜਾ ਚੇਤੇ ਉਹਨੂੰ ਹੈ, ਤੇ ਮਤਲਬ ਕਿ ਨਵੇਂ ਨੇ ਜੇ ਪੜ੍ਹਿਆ ਨਹੀਂ, ਕੀ ਕਾਰਨ ਹੈ ਇਹ? ਸਹੀ ਹੈ। ਤੋ ਇਸ ਲਈ ਇੰਨੇ ਭਰਮ ਭੁਲੇਖੇ 'ਚ ਹੈ ਸਰਕਾਰ
ਤੇ ਉਹਨੂੰ ਲੱਗਦਾ ਕਿ ਬਿਆਨਬਾਜ਼ੀ ਨਾਲ ਮੂੰਹ ਜ਼ਬਾਨੀ ਲੜਾਈ ਲੜ ਕੇ ਹੁਣ ਕਹਿੰਦੇ ਮੈਂ ਨੀਤੀ ਆਯੋਗ 'ਚ ਸ਼ਨੀਵਾਰ ਦੀ ਬੈਠਕ 'ਚ ਚੁੱਕੂਗਾ ਇਹ ਮੁੱਦਾ। ਜਨਾਬ ਮੁੱਦਾ ਚੁੱਕਣ ਨਾਲ ਹੱਲ ਨਹੀਂ ਹੁੰਦਾ। ਮੁੱਦੇ ਲਈ ਲੜਨਾ ਨੀਤੀ ਆਯੋਗ ਦੀ ਬੈਠਕ ਦੇ ਵਿੱਚ ਕਿੰਨੇ ਕੁ ਸੁਣਦੇ ਨੇ ਤੁਹਾਡੇ ਮੁੱਦਿਆਂ ਨੂੰ? ਤੁਸੀਂ ਗਿਣਾ ਦਿਓ 3 ਸਾਲਾਂ 'ਚ ਨੀਤੀ ਆਯੋਗ 'ਚ ਮੁੱਦੇ ਚੁੱਕ ਕੇ ਕਿੰਨੇ ਕੁ ਪਾਸ ਕਰਾ ਲਿਆਏ ਹੋ, ਕਿੰਨੇ ਕੁ ਉਹਨਾਂ ਦੇ ਹਾਮੀ ਭਰਾ ਲਿਆਏ ਹੋ, ਇਹੀ ਦੱਸ ਦਿਓ। ਸਹੀ ਹੈ। ਪੇਂਡੂ ਵਿਕਾਸ ਫੰਡ ਲਿਆਏ ਹੈ, ਅਗਲੇ ਸੈਲੋ ਬਣਾ ਕੇ ਮੰਡੀਆਂ ਖਤਮ ਕਰ ਰਹੇ, ਲੜਾਈ ਲੜ ਲਈ। ਇਹ ਤਾਂ ਰੀਸ ਨਾਲ ਹੀ ਕਿਹਾ ਜਾਂਦਾ ਅਸੀਂ ਨਹੀਂ ਜਾਂਦੇ ਨੀਤੀ ਆਯੋਗ ਦੀ ਮੀਟਿੰਗ 'ਚ, ਅਸੀਂ ਤਾਂ ਜਾਂਦੇ ਹੀ ਨਹੀਂ। ਇਹ ਤਾਂ ਰੀਸ ਨਾਲ ਹੀ ਕਹਿੰਦੇ ਰਹੇ। ਇਹ ਤਾਂ ਕਹਿੰਦੇ ਸੀ ਕੇਂਦਰ ਦੇ ਫੰਡਾਂ ਦੀ ਵੀ ਸਾਨੂੰ ਕਾਸੇ ਦੀ ਲੋੜ ਨਹੀਂ, ਆਪੇ ਸਾਰਾ ਕੁਝ ਕਰ ਲਾਂਗੇ। ਧਰਨਾ ਹੀ ਲਾ ਲਓ ਜੀ। ਕੇਜਰੀਵਾਲ ਵੀ ਮਾੜਾ ਮੋਟਾ ਦਿੱਲੀ 'ਚ ਲੋਕਾਂ ਨੂੰ ਦਿਖ ਜੂਗਾ, ਜਿਹੜਾ ਉੱਥੋਂ ਆਇਆ ਉਹਨੂੰ ਨਾਲ ਲੈ ਜਾਓ, ਕੋਈ ਜੰਤਰ ਮੰਤਰ ਸੰਤਰ ਲੈ ਜਾਓ। ਸਾਰੇ ਹੀ ਇੱਥੇ ਨੂੰ ਤੁਰੇ ਨੇ ਜਿਵੇਂ ਜੂਨ ਜੁਲਾਈ ਦੀ ਛੁੱਟੀਆਂ 'ਚ ਨਾਨਕੇ ਨੂੰ ਜਾਈਦਾ, ਅੱਗੇ ਬੈਠ ਕੇ ਉਰੇ ਤੇ ਪੰਜਾਬ ਦੇ ਖਜ਼ਾਨੇ ਦੇ ਲੁੱਟ। ਸਹੀ। ਤੇ ਆਹ ਜਿੱਥੇ ਲੜਾਈ ਲੜਨੀ ਹੈ ਉੱਥੇ ਤੋਂ ਲੜਨੀ ਹੋਣੀ। ਇਹ ਲੜਾਈ ਰਾਜਨੀਤਿਕ ਲੜਾਈ ਹੈ, ਇਹ ਲੜਾਈ ਕਾਨੂੰਨੀ ਲੜਾਈ ਹੈ, ਇਹ ਬਿਆਨਬਾਜ਼ੀ ਦੀ ਲੜਾਈ ਨਹੀਂ ਹੈ। ਸੰਵਿਧਾਨਕ ਸੰਕਟ ਦੇ ਤੌਰ ਤੇ ਇਹਨੂੰ ਲਿਆ ਜਾਣਾ ਚਾਹੀਦਾ ਜੀ। ਇਹ ਸੰਵਿਧਾਨਕ ਸੰਕਟ ਦੇ ਪ੍ਰਵੀਨ ਜੀ, ਪੰਜਾਬ ਜਿਹੜਾ ਕਾਲਾ ਦੌਰ ਕਹਿ ਕੇ ਆਪਾਂ ਬਿਆਨੀਆਂ ਕਰਦੇ ਆ ਨਾ ਪੰਜਾਬ ਦੇ ਉਹ ਦਿਨਾਂ ਦੀ, ਉਹ ਪਾਣੀਆਂ ਦੇ ਮਸਲੇ ਤੋਂ ਸ਼ੁਰੂ ਹੋਇਆ ਸੀ। ਸਹੀ, ਬਿਲਕੁਲ ਸਹੀ, ਬਿਲਕੁਲ ਸਹੀ। ਕੇਂਦਰ ਫਿਰ ਪੰਜਾਬ ਦੇ ਪਾਣੀਆਂ ਨੂੰ ਅੱਗ ਲਾਉਣਾ ਚਾਹੁੰਦਾ। ਸਹੀ। ਇਹਦਾ ਮਤਲਬ ਤੁਸੀਂ ਪੰਜਾਬ ਨੂੰ ਡਿਸਟਰਬ ਕਰਕੇ ਰੱਖਣਾ ਚਾਹੁੰਦੇ ਹੋ। ਤੁਹਾਡੀ ਨੀਤੀ ਕਿਹੀ ਜੀ ਹੈ ਫਿਰ? ਉਹ ਤਾਂ ਜਿਹੜਾ ਕਿਉਂ, ਮਤਲਬ ਇਹ ਆਪਣੇ ਆਪ ਸਮਝ ਆਉਂਦਾ, ਇਹਦਾ ਮਤਲਬ ਇਹ ਤੁਸੀਂ ਲਾਂਬੂ ਲਾਉਣਾ ਚਾਹੁੰਦੇ ਹੋ। ਉਹ ਤਾਂ ਜਿਹੜਾ ਕੁਝ ਕਰਦੇ ਜਿਹੜੇ ਸਾਡੇ ਆਪਦੇ ਆ, ਜਿਨ੍ਹਾਂ ਕੋਲੇ ਬਹੁਮਤ ਏਡਾ ਤਕੜਾ ਹੈ, ਦੂਜੇ ਪਾਸੇ ਕੋਈ ਵਿਰੋਧੀ ਧਿਰ ਨਹੀਂ, ਕੁਛ ਨਹੀਂ, ਉਹਨਾਂ ਤੋਂ ਨਹੀਂ, ਉਹਨਾਂ ਦੀਆਂ ਲੱਤਾਂ ਭਾਰ ਨਹੀਂ ਚੱਲ ਰਹੀਆਂ। ਉਹਨਾਂ ਨੂੰ ਤਾਂ ਹਾਂਜੀ ਜਾਂਦੇ ਗੱਲ ਕਰੀਏ ਮਾਂ ਬੋਲੀ ਪੰਜਾਬੀ ਦੀ। ਸ਼ਰਮਾ ਜੀ ਕਹਿੰਦੇ ਕਰਨਾਟਕ ਵਾਲੇ ਤਾਂ ਅੜ ਜਾਂਦੇ ਆਪਦੀ ਬੋਲੀ ਲਈ, ਪੰਜਾਬੀ ਨਜ਼ਰ ਨਹੀਂ ਆਉਂਦੇ ਇਸ ਮਾਮਲੇ ਦੇ ਵਿੱਚ। ਪ੍ਰਵੀਨ ਜੀ, ਇੱਕ ਘਟਨਾ ਵਾਪਰੀ ਆ, ਮੈਂ ਉਸ ਘਟਨਾ ਦੇ ਹਵਾਲੇ ਨਾਲ ਇਹ ਗੱਲ ਕਰ ਰਿਹਾ। ਠੀਕ ਹੈ। ਕਰਨਾਟਕ ਦੇ ਬੈਂਗਲੁਰੂ ਦੇ ਵਿੱਚ SBI ਦੀ ਬੈਂਕ ਦੀ ਬ੍ਰਾਂਚ ਦੇ ਵਿੱਚ ਬੈਂਕ ਮੈਨੇਜਰ ਬੀਬੀ ਆਈ ਉੱਥੇ, ਤੇ ਉੱਥੇ ਜਿਵੇਂ ਆਪਾਂ ਆਪਣੇ ਬੈਂਕਾਂ ਦੇ ਕੰਮ ਕਰ ਲਈ ਜਾਂਦੇ ਹਾਂ, ਕੋਈ ਵਿਅਕਤੀ ਆਇਆ ਤੇ ਉਹਨੇ ਆ ਕੇ ਆਪਣੇ ਕੰਮ ਕਰ ਲਈ। ਜਦੋਂ ਗੱਲਬਾਤ ਸ਼ੁਰੂ ਕੀਤੀ ਕੁਛ, ਤੇ ਗਾਂ ਤੋਂ ਬੀਬੀ ਜੀ ਹਿੰਦੀ 'ਚ ਬਿਆਨ ਕਰਨ ਲੱਗ ਪਏ। ਠੀਕ ਹੈ। ਅੱਛਾ। ਤੇ ਉਹਨੇ ਇਤਰਾਜ਼ ਪ੍ਰਗਟਾਇਆ ਕਿ ਇਹ ਕਰਨਾਟਕਾ ਜੀ, ਕੰਨੜ 'ਚ ਗੱਲ ਕਰੋ। ਸਹੀ ਹੈ। ਤੇ ਅੱਗੋਂ ਬੀਬੀ ਤਲਖੀ ਹੋ ਗਈ, ਭਗਤ ਹੋਣੀ ਵੀ ਪੱਕੀ। ਹਾਂਜੀ। ਜਦੋਂ ਕਿ ਸਰਕਾਰੀ ਮੁਲਾਜ਼ਮ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਜਿਸ ਸੂਬੇ 'ਚ ਜਾਓ, ਜਦੋਂ ਤੁਸੀਂ ਪਬਲਿਕ ਕਿਸੇ ਪੋਸਟ ਤੇ ਹੋ, ਮਤਲਬ ਜਨਤਕ ਕਿਸੇ ਸੀਟ ਤੇ ਬੈਠ ਕੇ ਕੰਮ ਕਰ ਰਹੇ ਹੋ, ਫਿਰ ਤੁਹਾਡੀ ਇਹ ਜ਼ਿੰਮੇਵਾਰੀ, ਇਖਲਾਕੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਤੁਸੀਂ ਉੱਥੋਂ ਦੀ ਭਾਸ਼ਾ 3 ਮਹੀਨਿਆਂ 'ਚ ਸਿੱਖਣੀ ਹੁੰਦੀ ਹੈ। ਤੇ ਪਰ ਜਦੋਂ ਬੈਂਕ ਮੈਨੇਜਰ ਸਾਹਿਬਾਂ ਨੂੰ ਇਹ ਸਵਾਲ ਕੀਤਾ ਉਸ ਗ੍ਰਾਹਕ ਨੇ, ਤੇ ਵੈਸੇ ਵੀ ਬੈਂਕ ਦੇ ਵਿੱਚ ਜਾਂ ਜਨਤਕ ਥਾਵਾਂ ਦੇ ਉੱਤੇ ਤਾਂ ਇਹ ਹੁੰਦਾ ਕਿ ਗਾਹਕ ਹੀ ਤੁਹਾਡੇ ਲਈ ਸਾਰਾ ਕੁਝ ਹੈ, ਤੇ ਤੁਸੀਂ ਉਹਦੀਆਂ ਧਿਆਨ ਰੱਖਣੀਆਂ। ਤੇ ਉੱਥੇ ਜੀ ਉਹਨੂੰ ਕਹਿੰਦੀ ਤੂੰ ਦਿੱਤੀ ਹੈ ਮੈਨੂੰ ਨੌਕਰੀ, ਤੇ ਉਹ ਛੋਟਾ ਜਿਹਾ ਕਲਿੱਪ ਵਾਇਰਲ ਹੋ ਰਿਹਾ। ਠੀਕ ਹੈ। ਬੈਂਕ ਮੈਨੇਜਰ ਕਹਿ ਰਹੀ ਹੈ ਤੂੰ ਮੈਨੂੰ ਨੌਕਰੀ ਦਿੱਤੀ ਹੈ। ਅੱਗੋਂ ਕਰਨਾਟਕ ਦਾ ਜਿਹੜਾ ਵਿਅਕਤੀ ਸੀਗਾ, ਗਾਹਕ ਜਿਹੜਾ ਬਣ ਕੇ ਆਇਆ ਸੀ, ਉਹ ਕਹਿ ਰਿਹਾ ਇਹ ਕਰਨਾਟਕਾ ਹੈ ਮੈਡਮ। ਫਿਰ ਬੈਂਕ ਮੈਨੇਜਰ ਬੋਲਦੀ ਹੈ ਤਾਂ ਇਹ ਭਾਰਤ ਵੀ ਤਾਂ ਹੈ। ਗਾਹਕ ਪਹਿਲਾਂ ਕੰਨੜ ਮੈਡਮ ਜੀ। ਅੱਛਾ। ਬੈਂਕ ਮੈਨੇਜਰ ਮੈਂ ਕੰਨੜ ਨਹੀਂ ਬੋਲਾਂਗੀ। ਅੱਛਾ। ਗਾਹਕ ਤਾਂ ਤੁਸੀਂ ਕਦੇ ਵੀ ਕੰਨੜ ਨਹੀਂ ਬੋਲੋਗੇ ਮੈਡਮ ਜੀ। ਬੈਂਕ ਮੈਨੇਜਰ ਨਹੀਂ, ਮੈਂ ਕੰਨੜ ਨਹੀਂ ਬੋਲਾਂਗੀ। ਇਹ ਕਲਿੱਪ ਵਾਇਰਲ ਹੋ ਰਿਹਾ। ਠੀਕ ਹੈ। ਜਿਹਦੇ ਵਿੱਚ ਬੀਬੀ ਤਲਖ ਹੈ ਤੇ ਉੱਥੋਂ ਦਾ ਬੰਦਾ ਆਪਣੀ ਹਲੀਮੀ ਤੇ ਕਾਇਮ ਹੈ। ਵਾਹ। ਜੇ ਸ਼ਾਇਦ ਉਹਦੀ ਥਾਂ ਤੇ ਆਪਣੇ ਵਰਗਾ ਅੜਿਆ ਹੁੰਦਾ, ਪਹਿਲਾਂ ਤਾਂ ਆਪਾਂ ਅੜਦੇ ਹੀ ਨਹੀਂ, ਹੁਣ ਆਪਾਂ ਤਾਂ ਜਦੇ ਉਹਦੀ ਭਾਸ਼ਾ ਤੇ ਚਲੇ ਜਾਂਦੇ ਹਾਂ। ਅਸੀਂ ਤਾਂ ਜੰਦੂ ਮਾਜਰੇ ਵਾਲੀ ਹਿੰਦੀ ਜਦੇ ਬੋਲਣੀ ਸ਼ੁਰੂ ਕਰ ਦਿੰਦੇ ਹਾਂ ਕਿ ਚਲੋ ਜੀ ਅਸੀਂ ਤੁਹਾਡੇ ਹਿਸਾਬ ਨਾਲ ਤੁਹਾਨੂੰ ਹੈ ਨਾ ਸੈੱਟ ਰੱਖੀਏ ਕਿ ਤੁਹਾਨੂੰ ਕੋਈ ਮੁਸ਼ਕਲ ਨਾ ਆਵੇ, ਅਸੀਂ ਆਪਣੀ ਬੋਲੀ ਛੁੱਟਦੀ ਹੈ ਛੁੱਟ ਜਾਵੇ। ਪਰ ਉੱਥੇ ਉਹ ਬੰਦਾ ਆਪਣੀ ਹਲੀਮੀ ਤੇ ਕਾਇਮ ਰਿਹਾ। ਜਦੋਂ ਉਹਨੇ ਇਹ ਕਿਹਾ ਕਿ ਮੈਂ ਕੰਨੜ ਨਹੀਂ ਬੋਲਾਂਗੀ, ਜੇ ਆਪਣੇ ਵਰਗਾ ਕੋਈ ਅੜਿਆ ਹੁੰਦਾ ਉਹ ਕਹਿੰਦਾ ਅੱਛਾ ਤੈਨੂੰ ਤਾਂ ਬੋਲਣੀ ਪਊ, ਤੈਨੂੰ ਤਾਂ ਬੁਲਾ ਦਾਂਗੇ, ਆਪਾਂ ਏਦਾਂ ਦਾ ਲੜ ਪੈਂਦੇ ਸ਼ਾਇਦ। ਹੱਥੋਂ ਬਾਈ ਤਾਂ ਮਿੰਟ ਲਾਉਣੇ ਆ। ਪਰ ਫਿਰ ਜਦੇ ਮੁੱਦਾ ਬਣਨਾ ਸੀ ਬੀਬੀ ਦਾ ਜੀ, ਔਰਤ ਨਾਲ ਅਪਮਾਨ ਜੀ, ਔਰਤ ਨਾਲ ਇਹ ਜੀ, ਹੈ ਨਾ। ਉੱਥੇ ਬੰਦੇ ਨੇ ਹਲੀਮੀ ਨਾਲ ਕਿਹਾ ਅੱਛਾ ਤੁਸੀਂ ਫਿਰ ਕਦੇ ਵੀ ਕੰਨੜ ਨਹੀਂ ਬੋਲੋਗੇ। ਇਸ ਕਲਿੱਪ ਦਾ, ਉਸ ਦੀ ਬੀਬੀ ਦੀ ਗਲਤੀ ਦਾ ਅਹਿਸਾਸ ਉਹਨੂੰ ਹੋਇਆ ਜਾਂ ਨਹੀਂ ਹੋਇਆ, ਮੈਨੂੰ ਲੱਗਦਾ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਭਗਤੀ ਇੰਨੀ ਹੁੰਦੀ ਹੈ ਪਤਾ ਹੀ ਨਹੀਂ ਲੱਗਦਾ। ਹਰ ਸੂਬੇ ਦੀ ਆਪਣੀ ਬੋਲੀ ਹੈ ਤੇ ਉਹਦਾ ਆਪਣਾ ਮਹੱਤਵ ਹੈ। ਹਿੰਦੀ ਜਿੱਥੇ ਸਨਮਾਨਦਾਇਕ ਉੱਥੇ ਸਨਮਾਨਦਾਇਕ ਹੈ,
ਪਰ ਜਿੱਥੇ ਕੰਨੜ ਦਾ ਸਨਮਾਨ ਉੱਥੇ ਕੰਨੜ ਦਾ ਹੀ ਸਨਮਾਨ ਹੈ। ਜੀ ਜੀ। ਜਿੱਥੇ ਪੰਜਾਬੀ ਦਾ ਸਥਾਨ ਆ ਉਹ ਪੰਜਾਬੀ ਦਾ ਹੀ ਰੁਤਬਾ ਹੈ। ਤੋ ਇਸ ਲਈ ਤੁਹਾਨੂੰ ਉੱਥੋਂ ਦੀ ਭਾਸ਼ਾ ਦਾ ਸਨਮਾਨ ਕਰਨਾ ਚਾਹੀਦਾ ਸੀ, ਪਰ ਉਹਨੇ ਨਹੀਂ ਕੀਤਾ। ਪਰ SBI ਨੇ ਕੀਤਾ। ਅੱਛਾ। SBI ਨੇ ਤੁਰੰਤ ਉਸ ਗ੍ਰਾਹਕ ਦੇ ਨਾਲ ਸਮੁੱਚੇ ਕਰਨਾਟਕ ਵਾਸੀਆਂ ਤੋਂ ਮਾਫੀ ਮੰਗੀ। ਠੀਕ ਹੈ। ਤੇ ਉਸ ਬੀਬੀ ਦਾ ਤਬਾਦਲਾ ਕਰਕੇ ਪਰਾਂ ਮਾਰੀ। ਤੇ ਉਹ ਤੋਂ ਬਾਅਦ ਕਰਨਾਟਕ ਦੇ CM ਨੇ, ਮੁੱਖ ਮੰਤਰੀ ਨੇ ਅਚੇਚਾ ਧੰਨਵਾਦ ਕੀਤਾ SBI ਬੈਂਕ ਦਾ, ਉਹਨਾਂ ਦੇ ਨੁਮਾਇੰਦਿਆਂ ਦਾ, ਉਹਨਾਂ ਦੇ ਅਧਿਕਾਰੀਆਂ ਦਾ। ਪਰ ਮੈਨੂੰ ਇਸ ਗੱਲ ਲਈ ਇਸ ਖਬਰ ਨੇ ਪੀੜ ਪਹੁੰਚਾਈ ਕਿ ਪੰਜਾਬ ਦੇ ਅੰਦਰ ਜਿੰਨੇ ਕੇਂਦਰੀ ਅਦਾਰੇ ਨੇ ਉਹਨਾਂ 'ਚ ਅੰਗਰੇਜ਼ੀ ਤੇ ਹਿੰਦੀ ਨੂੰ ਤਾਂ ਬਹੁਤ ਮਾਨਤਾ ਹੈ, ਪੰਜਾਬੀ ਨੂੰ ਖੁੱਡੇ ਲਾਇਆ ਹੁੰਦਾ ਉਹਨਾਂ ਨੇ। ਸਹੀ ਹੈ, ਬਿਲਕੁਲ। ਤੇ ਜੇ ਲਿਖਦੇ ਨੇ ਤਾਂ ਪਹਿਲਾਂ ਅੰਗਰੇਜ਼ੀ 'ਚ ਸੋਚਦੇ ਨੇ, ਫਿਰ ਅੰਗਰੇਜ਼ੀ ਹਿੰਦੀ 'ਚ ਲਿਖਦੇ ਨੇ, ਫਿਰ ਉਹਦਾ ਪੰਜਾਬੀ 'ਚ ਅਨੁਵਾਦ ਕਰਦੇ। ਤੇ ਅਨੁਵਾਦ ਕਰਨ ਲੱਗੇ ਸਿਹਾਰੀ, ਬਿਹਾਰੀ, ਬਿੰਦੀ ਆਦਿਕ ਇੰਨੀਆਂ ਗਲਤੀਆਂ ਹੁੰਦੀਆਂ। ਤੁਸੀਂ ਪਿੰਡਾਂ ਦੇ ਬੈਂਕਾਂ ਦੇ ਬੋਰਡ ਪੜ੍ਹ ਕੇ ਦੇਖ ਲਿਓ, ਤੁਹਾਨੂੰ ਉਹਦੇ ਵਿੱਚ ਇੱਕ ਬੋਰਡ 'ਚ 2-2 4-4 ਗਲਤੀਆਂ ਮਿਲ ਜਾਣਗੀਆਂ। ਹਾਂਜੀ ਹਾਂਜੀ। ਆ ਪੰਜਾਬ ਸਰਕਾਰ ਦਾ ਲੋਕ ਸੰਪਰਕ ਵਿਭਾਗ ਪਹਿਲਾਂ ਅੰਗਰੇਜ਼ੀ 'ਚ ਪ੍ਰੈਸ ਨੋਟ ਤਿਆਰ ਕਰਦਾ, ਫਿਰ ਹਿੰਦੀ 'ਚ ਤਿਆਰ ਕਰਦਾ, ਫਿਰ ਉਹਦਾ ਪੰਜਾਬੀ ਅਨੁਵਾਦ ਕਰਦੇ ਨੇ ਪੰਜਾਬ 'ਚ। ਜੀ ਦੇਖ, ਜਿਹੜੇ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਸਮਝਾਉਣਾ ਜੀ, ਇਹਨਾਂ ਨੂੰ ਲੋਕ ਨਹੀਂ ਲੋਕ ਹੁੰਦੇ ਨੇ। ਤੇ ਇੱਥੇ ਕਿਉਂਕਿ ਦਿੱਲੀ ਵਾਲਿਆਂ ਨੇ ਪਹਿਲਾਂ ਪੜ੍ਹਨਾ ਹੁੰਦਾ, ਉਹਨਾਂ ਨੂੰ ਅੰਗਰੇਜ਼ੀ ਤੇ ਹਿੰਦੀ ਆਉਂਦੀ ਆ, ਉਹ ਉਹਨਾਂ ਨੇ ਪੜ੍ਹ ਕੇ ਪਾਸ ਕਰਨਾ ਹੁੰਦਾ। ਇਹ 2-4 ਲੋਕ ਸੰਪਰਕ ਦੇ ਅਫਸਰ ਹੈਗੇ ਅਜੇ ਵੀ ਆਪਣੇ ਦਮ ਦੇ ਉੱਤੇ ਹੈ, ਜਿਹੜੇ ਨੌਜਵਾਨ ਸਾਥੀ, ਉਹ ਲਿਖਦੇ ਨੇ ਪਹਿਲਾਂ ਪੰਜਾਬੀ 'ਚ ਪ੍ਰੈਸ ਨੋਟ। ਤੇ ਇਸ ਲਈ ਚਾਹੇ ਉਹ ਸਰਕਾਰ ਪੱਧਰ ਤੇ ਆ, ਚਾਹੇ ਉਹ ਅਧਿਕਾਰ ਪੱਧਰ ਤੇ ਆ, ਚਾਹੇ ਉਹ ਪ੍ਰਸ਼ਾਸਨ ਪੱਧਰ ਤੇ ਆ, ਤੇ ਚਾਹੇ ਆਮ ਆਵਾਮ ਦੇ ਪੱਧਰ ਤੇ ਆ, ਸਾਨੂੰ ਆਪਣੀ ਬੋਲੀ ਤੇ ਮਾਣ ਕਰਨਾ ਸਿੱਖਣਾ ਪਊਗਾ। ਨਾ ਕਿ ਅਸੀਂ ਇਹ ਸਮਝਦੇ ਹਾਂ ਕਿ ਜੇ ਅੱਛਾ ਸਾਹਮਣੇ ਵਾਲਾ ਹਿੰਦੀ ਬੋਲਦਾ ਤਾਂ ਟੁੱਟੀ ਫੁੱਟੀ ਬੋਲਣ ਲੱਗ ਜਾਓ। ਅੱਛਾ ਜੇ ਅੰਗਰੇਜ਼ੀ ਜੇ ਤਾਂ ਆਉਂਦੀ ਆ ਤਾਂ ਜੈਸ ਨੋ ਕਰ ਲਓ, ਨਹੀਂ ਆਉਂਦੀ ਤਾਂ ਕੋਈ ਲੱਭੋ ਟਾਈ ਵਾਲਾ, ਕੋਟ ਵਾਲਾ, ਕੋਈ ਨੇੜੇ ਸੱਜੇ ਖੱਬੇ, ਕੋਈ ਕਮੀਜ਼ ਅੰਦਰ ਦੇ ਕੇ ਪੈਂਟ 'ਚ ਬੈਲਟ ਲਾ ਕੇ ਖੜਾ ਹੋਵੇ, ਹੈ ਨਾ, ਸ਼ਾਇਦ ਉਹਨੂੰ ਆਉਂਦੀ ਹੋਵੇ, ਫਿਰ ਅਸੀਂ ਉਹ ਬੰਦਾ ਭਾਲਦੇ ਹਾਂ। ਕਿਉਂ ਨਹੀਂ ਅਸੀਂ ਆਪਣੀ ਬੋਲੀ ਤੇ ਰਹਿੰਦੇ? ਉਸ ਨੂੰ ਮਜਬੂਰ ਕਰੋਗੇ ਤੂੰ ਸਾਡੀ ਬੋਲੀ ਤੇ ਆ ਭਰਾਵਾ, ਤੂੰ ਇੱਥੇ ਕੰਮ ਕਰਨਾ ਹੈ, ਤੇਰੀ ਨੌਕਰੀ ਸਾਡੇ ਕਰਕੇ ਚੱਲਦੀ ਹੈ। ਪਰ ਨਹੀਂ, ਇਹ ਉਹ ਗੱਲ ਹੈ ਨਾ ਕਿ ਇੱਕ DC ਕੋਲ ਕਹਿੰਦੇ ਮਾਮਲਾ ਚਲਾ ਗਿਆ, DC ਬਾਹਰਲੇ ਕੈਡਰ ਦਾ ਸੀ, ਹੈ ਨਾ, ਤੇ ਉੱਥੇ ਚਿੱਠੀ ਦੇਤੀ ਬਜ਼ੁਰਗ ਨੇ, ਪਿੰਡ ਦੇ ਕਿਸੇ ਬਜ਼ੁਰਗ ਕਿਸਾਨ ਦਾ ਕੋਈ ਮਸਲਾ ਸੀ, ਤੇ ਉਹ ਚਿੱਠੀ ਪੰਜਾਬੀ 'ਚ ਸੀ। ਤੇ DC ਕਹਿੰਦਾ ਮੁਝੇ ਤੋਂ ਜੇ ਸਮਝ ਨਹੀਂ ਆਤਾ ਆਪ ਬੋਲ ਕੇ ਬਤਾਓ। ਤੇ ਬਾਬੇ ਨੇ ਬੋਲ ਕੇ ਸਾਰੀ ਕਹਾਣੀ ਪੰਜਾਬੀ ਦੱਸਤੀ। ਉਹ ਕਹਿੰਦਾ ਮੈਨੂੰ ਤਾਂ ਤੇਰੀ ਭਾਸ਼ਾ ਵੀ ਸਮਝ ਨਹੀਂ ਆਉਂਦੀ। DC ਕਹਿੰਦਾ ਐਂ ਕਰ, ਤੂੰ ਵਕੀਲ ਕਰਕੇ ਲਿਆ। ਸਹੀ ਹੈ। ਉਹ ਕਹਿੰਦਾ DC ਸਾਹਿਬ ਭਾਸ਼ਾ ਤੁਹਾਨੂੰ ਨਹੀਂ ਸਮਝ ਆਉਂਦੀ, ਭਾਸ਼ਾ ਤੁਹਾਨੂੰ ਨਹੀਂ ਪੜ੍ਹਨੀ ਆਉਂਦੀ, ਹੈ ਨਾ, ਮੇਰੀ ਬੋਲ ਤੁਹਾਨੂੰ ਨਹੀਂ ਸਮਝ ਆਉਂਦੇ, ਵਕੀਲ ਦੀ ਲੋੜ ਮੈਨੂੰ ਆ ਕਿ ਤੁਹਾਨੂੰ ਆ? ਸਹੀ ਹੈ, ਬਿਲਕੁਲ। ਇਸ ਲਈ ਇਹ ਸਾਨੂੰ ਅਪਣਾਉਣਾ ਪੈਣਾ, ਆਪਣੀ ਬੋਲੀ ਤੇ ਮਾਣ, ਫਕਰ, ਤੇ ਉਸ ਨੂੰ ਪਹਿਲ ਦੇਣੀ ਪੈਣੀ ਆ। ਜੇ ਕਰਨਾਟਕ 'ਚ ਹੋ ਸਕਦਾ ਤਾਂ ਪੰਜਾਬ 'ਚ ਕਿਉਂ ਨਹੀਂ? ਮੈਂ ਜੇ ਉਹਨੂੰ ਗਾਹਕ ਬਣ ਕੇ ਪੇਸ਼ ਕਰਕੇ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਮੈਂ ਤਾਂ ਕਹਿਣਾ ਜਾਗੋ ਗ੍ਰਾਹਕ, ਜਾਗੋ ਪੰਜਾਬੀ ਗ੍ਰਾਹਕ, ਤੁਸੀਂ ਵੀ ਜਾਗੋ। ਹਾਂਜੀ ਬਿਲਕੁਲ। ਦੇਖੋ, ਪਹਿਲੀ ਗੱਲ ਤਾਂ ਮਾਣ ਹੋਣਾ ਚਾਹੀਦਾ। ਦੂਜੀ ਗੱਲ ਸ਼ਰਮਾ ਜੀ, ਜਦੋਂ ਤੁਹਾਡੇ ਕੋਲ ਤਰਕ ਹੁੰਦਾ ਨਾ, ਤੁਹਾਨੂੰ ਰੌਲਾ ਪਾਉਣ ਦੀ ਨਹੀਂ ਲੋੜ। ਜੇ ਰੌਲੇ ਨਾਲ ਚੀਜ਼ਾਂ ਜਿੱਤਦੇ ਹੋਣ ਫਿਰ ਤਾਂ ਅਦਾਲਤਾਂ ਦੇ ਬਾਹਰ ਕੰਨ ਪਾਈ ਗੱਲ ਨਾ ਸੁਣੇ। ਦਲੀਲ ਜਿੱਤਦੀ ਹੈ ਨਾ, ਤਰਕ ਜਿੱਤਦਾ। ਤੁਹਾਡੇ ਕੋਲ ਆਪਣੀ ਗੱਲ ਰੱਖਣ ਦਾ ਉਹ ਢੰਗ ਤਰੀਕਾ ਹੋਣਾ ਚਾਹੀਦਾ। ਗੱਲ ਹੁਣ ਬੀਬੀ ਨੇ ਰੌਲਾ ਪਾ ਲਿਆ, ਪਰ ਕੀ ਹੋਇਆ? ਬਦਲੀ ਹੋ ਗਈ ਨਾ ਉਹਦੀ। ਇੱਕ ਬੰਦੇ ਨੇ ਤਰਕ ਦੇ ਨਾਲ ਆਪਣੀ ਗੱਲ, ਆਪਣੇ ਖਿੱਤੇ ਦੀ ਜਿਹੜੀ ਉਹ ਮਾਣ ਹੁੰਦਾ ਨਾ, ਖਿੱਤੇ ਦਾ ਸਵੈ ਮਾਣ, ਭਾਸ਼ਾ ਦਾ ਮਾਣ ਹੁੰਦਾ, ਉਹਦਾ ਉਹਨੇ ਅਹਿਸਾਸ ਕਰਾਤਾ। ਚਲੋ SBI ਇਹ ਪੰਜਾਬ 'ਚ ਵੀ ਕਰਵਾਉਣ ਦੀ ਲੋੜ ਆ। ਸਾਨੂੰ ਅਸੀਂ ਸੰਗ ਜਾਂਦੇ ਹਾਂ ਅਸਲ ਦੇ ਵਿੱਚ, ਅਸੀਂ ਉਹਦੇ ਵਾਲੇ ਰਾਹ ਹੀ ਚੱਲ ਪੈਂਦੇ ਹਾਂ। ਅਸੀਂ ਕਹਿਣਾ ਯਾਰ ਚੱਲ ਠੀਕ ਹੈ, ਇਹ ਹਿੰਦੀ 'ਚ ਗੱਲ ਕਰਦਾ, ਇਹਨੂੰ ਸਮਝਾ ਦਿਓ। ਸਾਨੂੰ ਇਹ ਨਹੀਂ ਪਤਾ। ਪ੍ਰਵੀਨ ਜੀ, ਮੈਂ ਇਹ ਵੀ ਮੰਨਦਾ ਕਿ ਜੇ ਕਿਤੇ ਕੋਈ ਚੰਗਾ ਹੁੰਦਾ ਉਹਨੂੰ ਸ਼ਾਬਾਸ਼ ਵੀ ਦਿਓ, ਉਹਦੇ ਨਾਲ ਹੌਸਲਾ ਹੋਰਾਂ ਦਾ ਵੀ ਵੱਧਦਾ। ਹਾਂਜੀ ਹਾਂਜੀ। ਮੈਂ ਕੱਲ ਸ਼ਾਮ ਨੂੰ ਨਾ ਸੈਰ ਕਰ ਰਿਹਾ ਸੀ, ਹਾਂਜੀ, ਤੇ ਇੱਕ ਵੱਡੇ ਅਫਸਰ ਨੂੰ ਇੱਕ ਸਰਕਾਰੀ ਗੱਡੀ ਪੁਲਿਸ ਵਾਲੀ ਛੱਡ ਕੇ ਵਾਪਸ ਮੁੜੀ। ਠੀਕ ਹੈ ਜੀ। ਜਦੋਂ ਵਾਪਸ ਮੁੜੀ ਤਾਂ ਉਹ ਮਤਲਬ ਗੱਡੀ ਦੀ ਛੱਤ ਨਾਲ ਸਿਰ ਖਹਿ ਰਿਹਾ ਸੀ ਉਸ ਮੁੰਡੇ ਦਾ, ਜਿਹੜਾ ਪੁਲਿਸ ਦੀ ਵਰਦੀ ਦੇ ਵਿੱਚ ਸੀ, ਮਤਲਬ 6 ਫੁੱਟ ਤੋਂ ਉੱਪਰੇ ਕੱਦ ਹੋਣਾ ਉਹਦਾ, ਹੈ ਨਾ, ਸਿਰ ਫਸ ਰਿਹਾ ਸੀ ਉਹਦਾ। ਤੇ ਉਹ ਇੰਨੇ ਲੰਬੇ ਕੱਦ ਜੁੱਸੇ ਵਾਲਾ ਮੁੰਡਾ, ਤੇ ਉਹਨੇ ਜਾ ਕੇ ਗੱਡੀ ਨੇ ਇੱਕ ਕੁਲਫੀ ਵਾਲੇ ਦੇ ਕੋਲ ਰੋਕ ਲਈ। ਠੀਕ ਹੈ। ਤੇ ਉਹ ਤੋਂ ਉਹਨੇ ਕੁਲਫੀ ਲਈ, ਤੇ ਕੁਲਫੀ ਲੈਣ ਤੋਂ ਬਾਅਦ ਉਹਨੇ ਪੈਸੇ ਕੱਢ ਕੇ ਦਿੱਤੇ। ਉਹ ਨਾ ਕਰ ਰਿਹਾ ਸੀ ਬੰਦਾ, ਮੈਂ ਦੂਰੋਂ ਦੇਖ ਰਿਹਾ, ਤੁਰਿਆ ਆ ਰਿਹਾ ਮੈਂ, ਉਹ ਕੁਲਫੀ ਵਾਲਾ ਨਾ ਕਰ ਰਿਹਾ। ਉਹਨੇ ਪੈਸੇ ਦਿੱਤੇ, ਕਟਾਏ ਤੇ ਵਾਪਸ ਲਏ ਜੀ। ਤੇ ਜਦ ਤੱਕ ਮੈਂ ਉਹਦੇ ਬਰਾਬਰ ਆ ਗਿਆ, ਮੈਂ ਉਹਦੇ ਸ਼ੀਸ਼ੇ ਤੇ ਹੱਥ ਮਾਰਿਆ, ਉਹਨੇ ਹੱਥ ਥੱਲੇ ਕੀਤਾ, ਕਹਿੰਦਾ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ।
ਮੈਂ ਕਿਹਾ ਸਤਿ ਸ਼੍ਰੀ ਅਕਾਲ ਛੋਟੇ ਵੀਰ, ਸ਼ਾਬਾਸ਼। ਮੈਂ ਕਿਹਾ ਆਹ ਦਾਗ ਧੋਣਿਆ ਜਿਹੜਾ ਤੂੰ ਅੱਜ ਬਹੁਤ ਸੋਹਣਾ ਕੰਮ ਕਰਕੇ ਚੱਲਿਆ। ਸਹੀ ਸਹੀ ਸੋ ਇਸ ਲਈ ਇਹਦੇ ਨਾਲ ਹੌਸਲਾ ਵੱਧਦਾ, ਚੰਗਾ ਕਰਨ ਦੀ ਇੱਛਾ ਸ਼ਕਤੀ ਜਾਗਦੀ ਹੈ। ਜਾਗਦੀ ਅਸੀਂ ਚੰਗੇ ਦਾ ਵੀ ਸਾਥ ਨਹੀਂ ਦਿੰਦੇ ਤੇ ਹੂੰ ਮਾੜੇ ਨੂੰ ਕਈ ਵਾਰ ਇੰਨਾ ਫੈਲਾ ਦਿੰਦੇ ਆ, ਫਿਰ ਉਹ ਵਰਤਾਰਾ ਚੱਲਦਾ। ਇਸ ਲਈ ਇਹ ਪਹਿਲਾਂ ਸਾਨੂੰ ਅਪਣਾਉਣੇ ਪੈਣਗੇ ਕੁਝ। ਜੀ ਬਿਲਕੁਲ ਬਿਲकुल। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।